Hello students, welcome to the new session, and in this session I'll be teaching you Internet of Things. This is a very new subject, एक बहुत ही नवा सब्जेक्ट है, एक नवी टैक्नोलॉजी है जो अपनी फुट होल्ड रखती पई है इंडस्ट्री दे विच, अपनी लाइफ डेली लाइफ दे विच. इट्स अ वेरी इंटरस्टिंग सब्जेक्ट एंड आई थिंक डिप्लोमा दे विच कंप्यूटर इंजीनियरिंग विच ये अपने कॉलेज विच फर्स्ट टाइम इंट्रोड्यूस किया गया है इंटरनेट ऑफ थिंग्स. ਤਾਂ ਅੱਜ ਲੈਕਚਰ ਨੰਬਰ 1 ਦੇ ਵਿੱਚ ਆਪਾਂ ਇੰਟਰੋਡਿਊਸ ਹੋਵਾਂਗੇ ਕਿ ਇਹ ਸਬਜੈਕਟ ਇੰਟਰਨੈਟ ਆਫ ਥਿੰਗਸ ਕੀ ਹੈ. ਜਦੋਂ ਵੀ ਆਪਾਂ ਕੋਈ ਨਵਾਂ ਸਬਜੈਕਟ ਪੜ੍ਹਦੇ ਹਾਂ, ਮੇਰੇ ਖਿਆਲ ਨਾਲ ਸਟੂਡੈਂਟਸ ਦੇ ਮਨ ਵਿੱਚ 3 ਬੇਸਿਕ ਕੁਐਸਚਨ ਜ਼ਰੂਰ ਆਉਣੇ ਚਾਹੀਦੇ ਨੇ. ਫਸਟ, ਜੋ ਵੀ ਸਬਜੈਕਟ ਦਾ ਨਾਮ ਹੈ, ਵਾਟ ਡਜ਼ ਦੈਟ ਨੇਮਸ ਸਿਗਨੀਫਾਈ. ਇਸ ਸਬਜੈਕਟ ਦਾ ਮਤਲਬ ਕੀ ਹੈ, ਇਹਦੇ ਵਿੱਚ ਅਸੀਂ ਕੀ ਪੜ੍ਹਨ ਵਾਲੇ ਹਾਂ, ਸਾਨੂੰ ਬਰੋਡ ਆਈਡੀਆ ਹੋਣਾ ਚਾਹੀਦਾ. ਸੈਕਿੰਡ, ਇਹ ਸਬਜੈਕਟ ਕਿਉਂ ਪੜ੍ਹਾਇਆ ਜਾ ਰਿਹਾ, ਇਹਦੀ ਕੀ ਰੈਲੇਵੈਂਸ ਹੈ, ਇਹਦੀ ਕੀ ਇੰਪੋਰਟੈਂਸ ਹੈ, ਇਸ ਸਬਜੈਕਟ ਨੂੰ ਸਮਝਣਾ ਕਿਉਂ ਜ਼ਰੂਰੀ ਹੈ. ਥਰਡ, ਜੇ ਅਸੀਂ ਇਸ ਸਬਜੈਕਟ ਨੂੰ ਆਪਣੀ ਲਾਈਫ ਦੇ ਵਿੱਚ ਜਾਂ ਇੰਡਸਟਰੀ ਦੇ ਵਿੱਚ ਇੰਪਲੀਮੈਂਟ ਕਰਨਾ ਹੈ ਤਾਂ ਸਾਡੀਆਂ ਬੇਸਿਕ ਰਿਕੁਆਇਰਮੈਂਟਸ, ਇਹਦੇ ਕੰਪੋਨੈਂਟਸ ਕੀ ਹੋਣਗੇ, ਇਹਨੂੰ ਕਿਵੇਂ ਅਸੀਂ ਇੰਪਲੀਮੈਂਟ ਕਰ ਸਕਦੇ ਹਾਂ, ਕਿਹੜੀ ਟੈਕਨੋਲੋਜੀ, ਕਿਹੜਾ ਹਾਰਡਵੇਅਰ, ਸੌਫਟਵੇਅਰ, ਉਹਨਾਂ ਗੱਲਾਂ ਦੀ ਸਾਨੂੰ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ. We'll start from the very basic, very beginning, understanding कि की चीज़ है, and हौली when we'll progress in the lectures ਆਪਾਂ understand ਕਰਾਂਗੇ ਇਹਦੀਆਂ ਡਿਟੇਲਸ ਨੂੰ. we'll go in depth in this subject. ਤਾਂ ਅੱਜ ਆਪਾਂ ਇਹਨੂੰ ਇੰਟਰੋਡਿਊਸ ਕਰਾਂਗੇ, ਇਹਦੇ ਨਾਲ ਰਿਲੇਟਡ ਕੁਝ ਟਰਮਸ ਸਮਝਾਂਗੇ ਜਿਹੜੀਆਂ ਟਰਮਸ ਦੁਆਰਾ ਆਪਣੇ ਫਿਰ ਸਬਜੈਕਟ ਵਿੱਚ ਆਉਣ ਵਾਲੇ ਲੈਕਚਰਸ ਵਿੱਚ ਆਪਾਂ ਵਰਤਣ ਵਾਲੇ ਹਾਂ. ਇਹ ਵੀ ਸਮਝਾਂਗੇ ਕਿ ਇਹ ਸਬਜੈਕਟ ਕਿਵੇਂ ਇੰਟਰੋਡਿਊਸ ਕੀਤਾ ਗਿਆ, ਇਹਦਾ ਬਰਥ ਕਿੱਦਾਂ ਹੋਇਆ, ਕਿਵੇਂ ਆਪਾਂ ਇਹਨੂੰ ਕਨਸੀਵ ਕੀਤਾ ਕਿ ਇਹ ਇੱਕ ਇੰਪੋਰਟੈਂਟ ਸਬਜੈਕਟ ਹੈ ਜਾਂ ਇਹ ਕਿੱਦਾਂ ਆਇਆ. ਐਂਡ ਵਿੱਚ ਆਪਾਂ ਸ਼ੁਰੂ ਕਰਾਂਗੇ ਕਿ ਜੇ ਇੰਟਰਨੈਟ ਆਫ ਥਿੰਗਸ ਕੋਈ ਟੈਕਨੋਲੋਜੀ ਆਪਾਂ ਬਣਾਉਣੀ ਹੈ ਤੇ ਬੇਸ ਤਾਂ ਉਹਦੀਆਂ ਰਿਕੁਆਇਰਮੈਂਟਸ ਕੀ ਹੈ. ਤਾਂ ਸ਼ੁਰੂ ਕਰਦੇ ਹਾਂ ਆਪਾਂ ਅੰਡਰਸਟੈਂਡ ਕਰਨਾ ਇਸ ਸਬਜੈਕਟ ਦੇ ਨਾਂ ਨੂੰ, ਇੰਟਰਨੈਟ ਆਫ ਥਿੰਗਸ. ਤਾਂ ਲੈਟਸ ਬਿਗਿਨ ਫਰੋਮ ਇੰਟਰਨੈਟ. ਆਈ ਹੈਵ ਸ਼ੋਨ, ਜੇ ਤੁਸੀਂ ਇਸ ਡਾਇਗਰਾਮ ਨੂੰ ਦੇਖੋ ਸਲਾਈਡ ਦੇ ਵਿੱਚ, ਤਾਂ ਇੰਟਰਨੈਟ ਆਫ ਥਿੰਗਸ ਕੀ, ਇੰਟਰਨੈਟ ਕੀ ਹੈ, ਫਿਰ ਆਪਾਂ ਆਵਾਂਗੇ ਇੰਟਰਨੈਟ ਆਫ ਥਿੰਗਸ ਕੀ ਹੈ. ਇੰਟਰਨੈਟ, ਇਹ ਵਰਡ ਬਹੁਤ ਕਾਮਨ ਹੈ, ਸਾਰਿਆਂ ਨੂੰ ਇਸ ਵਰਡ ਦੀ ਸਮਝ ਆਉਂਦੀ ਹੈ ਕਿ ਇੰਟਰਨੈਟ ਕੀ ਹੈ. ਆਪਾਂ ਕਿਸੇ ਨੂੰ ਵੀ ਕਹੀਏ ਇੰਟਰਨੈਟ ਤਾਂ ਉਹ ਕਹੂਗਾ ਨੈਟਵਰਕ, ਵਰਲਡ ਵਾਈਡ ਵੈਬ, ਇੱਦਾਂ ਦੇ ਆਪਾਂ ਨੂੰ ਵਰਡਸ ਮਿਲਣਗੇ ਜਿਹਦੇ ਨਾਲ ਆਪਾਂ ਡੇਟਾ ਭੇਜ ਸਕਦੇ ਹਾਂ, ਆਪਸ ਵਿੱਚ ਕਮਿਊਨੀਕੇਟ ਕਰ ਸਕਦੇ ਹਾਂ. ਜੇ ਆਪਾਂ ਇਹਨੂੰ ਟੈਕਨੀਕਲ ਟਰਮਸ ਵਿੱਚ ਅੰਡਰਸਟੈਂਡ ਕਰੀਏ ਤਾਂ ਵਾਟ ਇਜ਼ ਇੰਟਰਨੈਟ. It's made up of two main things, inter and then the word net. It is an interconnection of network devices. Network devices ਨੂੰ connect ਕੀਤਾ ਗਿਆ ਹੈ ਕਾਹਦੇ ਵਾਸਤੇ, ਕਮਿਊਨੀਕੇਸ਼ਨ ਵਾਸਤੇ, ਡੇਟਾ ਟ੍ਰਾਂਸਫਰ ਕਰਨ ਵਾਸਤੇ, ਮੇਬੀ ਸੋਸ਼ਲ ਮੀਡੀਆ, ਬਰਾਊਜ਼ਿੰਗ, ਈਮੇਲ, ਈ-ਕਮਰਸ, ਐਨ ਨੰਬਰ ਆਫ ਐਪਲੀਕੇਸ਼ਨ ਜਿਹਦੇ ਲਈ ਆਪਾਂ ਇੰਟਰਨੈਟ ਨੂੰ ਯੂਜ਼ ਕਰ ਸਕਦੇ ਹਾਂ. ਤਾਂ ਇਹਨੂੰ ਯੂਜ਼ ਕਰਨ ਲਈ ਆਪਾਂ ਕੀ ਕਰਦੇ ਹਾਂ, ਜੇ ਆਪਾਂ ਕਹੀਏ ਕਿ ਹੁਣ ਇੰਟਰਨੈਟ ਤਾਂ ਸਮਝ ਆ ਗਿਆ ਕਿ ਕਨੈਕਸ਼ਨ ਆਫ ਨੈਟਵਰਕ ਡਿਵਾਈਸਿਸ ਹੈਗਾ, ਤਾਂ ਨੈਟਵਰਕ ਡਿਵਾਈਸਿਸ ਵੀ ਕਿਹੜੇ ਹੋ ਸਕਦੇ, ਮੋਬਾਈਲ ਫੋਨਸ, ਕੰਪਿਊਟਰਸ, ਲੈਪਟੋਪਸ, ਪਰਸਨਲ ਕੰਪਿਊਟਰਸ, ਹੈ ਨਾ, ਇਹਨਾਂ ਨੂੰ ਕਨੈਕਟ ਕੀਤਾ ਗਿਆ. ਆਪਾਂ ਇਹ ਵੀ ਸਮਝ ਲਿਆ ਕਿ ਇਹਨੂੰ ਕਿਉਂ ਕਨੈਕਟ ਕੀਤਾ ਗਿਆ, ਤਾਂ ਕਿ ਲੋਕ ਇਹਦੇ ਨਾਲ ਕਮਿਊਨੀਕੇਟ ਆਪਸ ਵਿੱਚ ਕਰ ਸਕਣ, ਡੇਟਾ ਟ੍ਰਾਂਸਫਰ ਕਰ ਸਕਣ. ਅਤੇ ਇਹਦੇ ਕੁਛ ਡਿਫਾਈਨਡ ਇੰਟਰਨੈਟ ਦੇ ਰੂਲਸ ਨੇ, ਪ੍ਰੋਟੋਕੋਲਸ ਨੇ, ਜਿਵੇਂ TCP IP ਸੂਟ ਹੈ ਆਪਣਾ, ਐਡਰੈਸਿੰਗ ਸਕੀਮਸ ਹੈ ਕਿ ਹਰ ਕੰਪਿਊਟਰ ਇੰਟਰਨੈਟ ਦੇ ਉੱਤੇ ਇੱਕ ਯੂਨੀਕ IPv4 ਜਾਂ IPv6 ਐਡਰੈਸ ਨਾਲ ਪਛਾਣਿਆ ਜਾਊਗਾ, ਤਾਂ ਹੀ ਯੂਨੀਕਲੀ ਪਹਿਚਾਣ ਸਕਦੇ ਹਾਂ ਨਾ ਆਪਾਂ. ਤਾਂ ਕੁਛ ਇੱਦਾਂ ਰੂਲਸ ਨੇ, ਆਰਕੀਟੈਕਚਰ ਫੋਲੋ ਕੀਤਾ ਜਾਂਦਾ ਹੈ. But broadly, if I have to state, internet is something ਜੋ ਡਿਵੈਲਪ ਕੀਤਾ ਗਿਆ ਲੋਕਾਂ ਵੱਲੋਂ, ਲੋਕਾਂ ਨੂੰ ਡੇਟਾ ਕਮਿਊਨੀਕੇਟ ਸ਼ੇਅਰ ਕਰਨ ਵਾਸਤੇ, ਅਤੇ ਇਹਨੂੰ ਲੋਕ ਹੀ ਯੂਜ਼ ਕਰਦੇ ਪਏ ਨੇ. ਤਾਂ ਇਹਦੇ ਵਿੱਚ ਬਰੋਡਲੀ ਸਾਡੇ ਸਿਰਫ ਨੈਟਵਰਕ ਡਿਵਾਈਸਿਸ ਆਉਂਦੇ ਨੇ, ਕੰਪਿਊਟਰਸ ਆਉਂਦੇ ਨੇ, ਜਾਂ ਉਹਦੀ ਥੋੜ੍ਹੀ ਬਹੁਤੀ ਵੇਰੀਏਸ਼ਨ ਆਉਂਦੀ ਹੈ ਕੰਪਿਊਟਰਸ ਦੀ, ਰਾਈਟ. ਤਾਂ ਜਦ ਹੁਣ ਆਪਾਂ ਇੰਟਰਨੈਟ ਸਭ ਜਾਣੇ ਯੂਜ਼ ਕਰਦੇ ਨੇ, ਜਦ ਇਹ ਇਵੋਲਵ ਹੋਇਆ ਤੇ ਇੱਕ ਵਰਡ ਆਇਆ ਇੰਟਰਨੈਟ ਆਫ ਥਿੰਗਸ, ਜੋ ਇੰਟਰਨੈਟ ਵਰਡ ਦੀ ਹੀ ਐਕਸਪੈਂਸ਼ਨ ਹੈ, ਬਟ ਇਨ ਅ ਵੈਰੀ ਡਿਫਰੈਂਟ, ਵੈਰੀ ਬਿਊਟੀਫੁਲ ਐਂਡ ਇਨ ਅ ਵੈਰੀ ਲੇਟੈਸਟ ਵੇ. ਹੁਣ ਇੰਟਰਨੈਟ ਆਫ ਥਿੰਗਸ ਕੀ ਹੈ, ਇਹਦੇ ਵਿੱਚ ਵੀ ਇੰਟਰਕਨੈਕਸ਼ਨ ਹੈਗਾ ਅਤੇ ਨੈਟਵਰਕ ਦਾ ਹੀ ਆਰਕੀਟੈਕਚਰ ਯੂਜ਼ ਕੀਤਾ ਹੋਇਆ, ਮਤਲਬ ਸਾਨੂੰ ਵਾਇਰਲੈਸ ਜਾਂ ਵਾਇਰਡ ਮੀਡੀਅਮ ਹੀ ਯੂਜ਼ ਕਰਨਾ ਪਊਗਾ
ਕਨੈਕਸ਼ਨਸ ਬਿਲਡ ਅਪ ਕਰਨ ਲਈ। ਬਟ ਕਿਹਨਾਂ ਨੂੰ ਕਨੈਕਟ ਕੀਤਾ ਗਿਆ? ਜਿਵੇਂ ਪਹਿਲਾਂ ਆਪਾਂ ਕਹਿੰਦੇ ਸੀ ਕਿ ਇੰਟਰਨੈਟ ਦੇ ਵਿੱਚ ਆਪਾਂ ਨੈਟਵਰਕ ਡਿਵਾਈਸਿਸ ਨੂੰ ਕਨੈਕਟ ਕੀਤਾ ਹੈ, ਇੰਟਰਨੈਟ ਆਫ ਥਿੰਗਸ ਦੇ ਵਿੱਚ ਆਪਾਂ ਥਿੰਗਸ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਥਿੰਗਸ ਤੋਂ ਮੇਰਾ ਕੀ ਮਤਲਬ ਹੈ? ਫਿਜ਼ੀਕਲ ਆਬਜੈਕਟਸ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਿਜ਼ੀਕਲ ਆਬਜੈਕਟਸ ਕੀ? ਕੋਈ ਵੀ ਫਿਜ਼ੀਕਲ ਆਬਜੈਕਟ। ਫਿਜ਼ੀਕਲ ਮਤਲਬ ਰੀਅਲ ਵਰਲਡ ਵਿੱਚ ਜੋ ਐਗਜ਼ਿਸਟ ਕਰਦਾ ਹੈ। ਫਿਜ਼ੀਕਲ ਆਬਜੈਕਟ ਕਾਰ ਵੀ ਹੋ ਸਕਦੀ ਹੈ, ਤੁਹਾਡੀ ਫ੍ਰਿਜ ਵੀ ਹੋ ਸਕਦੀ ਹੈ, ਤੁਹਾਡਾ ਕਾਫੀ ਮੇਕਰ ਵੀ ਹੋ ਸਕਦਾ, ਤੁਹਾਡਾ ਸੈਂਡਵਿਚ ਮੇਕਰ ਵੀ ਹੋ ਸਕਦਾ, ਤੁਹਾਡੀ ਸਮਾਰਟ ਵਾਚ ਵੀ ਹੋ ਸਕਦੀ ਹੈ, ਇੰਡਸਟਰੀ ਦਾ ਕੋਈ ਕੰਪੋਨੈਂਟ ਹੋ ਸਕਦਾ ਹੈ, ਐਗਰੀਕਲਚਰਲ ਕੋਈ ਅਪਲਾਇੰਸ ਹੋ ਸਕਦਾ ਹੈ, ਤੁਹਾਡੇ ਐਗਰੀਕਲਚਰ ਦੇ ਵਿੱਚ ਫਾਰਮਿੰਗ ਦੇ ਵਿੱਚ ਤੁਹਾਡੇ ਜਿਹੜੀਆਂ ਮਸ਼ੀਨਸ ਯੂਜ਼ ਹੁੰਦੀਆਂ ਉਹ ਹੋ ਸਕਦੀਆਂ, ਕੋਈ ਐਨੀਮਲਸ ਹੋ ਸਕਦੇ ਨੇ ਜਿਨ੍ਹਾਂ ਨੂੰ ਤੁਸੀਂ ਟੈਗ ਕੀਤਾ, ਬੁੱਕਸ ਹੋ ਸਕਦੀਆਂ, ਐਨੀ ਫਿਜ਼ੀਕਲ ਆਬਜੈਕਟ ਯੂ ਨੇਮ ਇਟ, ਉਹਨੂੰ ਆਪਾਂ ਕੀ ਸਿੰਬਲਾਈਜ਼ ਕੀਤਾ? ਥਿੰਗਸ। ਤਾਂ ਇੰਟਰਨੈਟ ਆਫ ਥਿੰਗਸ ਜਾਂ ਇੰਟਰਨੈਟ ਆਫ ਫਿਜ਼ੀਕਲ ਆਬਜੈਕਟਸ। ਜਦ ਆਪਾਂ ਥਿੰਗਸ ਨੂੰ ਕਨੈਕਟ ਕੀਤਾ, ਜਿਵੇਂ ਮੈਂ ਕਹਾਂ ਕਿ 4 ਚੀਜ਼ਾਂ ਤੁਸੀਂ ਕਨੈਕਟ ਕੀਤੀਆਂ, ਇੱਕ ਤੁਸੀਂ ਆਪਣੇ ਘਰ ਦਾ AC ਕਨੈਕਟ ਕੀਤਾ, ਇੱਕ ਤੁਸੀਂ ਆਪਣੀ ਸਮਾਰਟ ਵਾਚ ਕਨੈਕਟ ਕੀਤੀ, ਇੱਕ ਤੁਸੀਂ ਘਰ ਦੀਆਂ ਲਾਈਟਸ ਕਨੈਕਟ ਕੀਤੀਆਂ ਅਤੇ ਇੱਕ ਗਰਾਜ ਦਾ ਡੋਰ ਕਨੈਕਟ ਕੀਤਾ। ਤੁਸੀਂ ਇਹਨਾਂ ਨੂੰ ਕਿਸੇ ਤਰ੍ਹਾਂ ਕਨੈਕਟ ਕੀਤਾ ਤਾਂ ਉਹ ਕੀ ਬਣੂਗਾ? ਇੰਟਰਨੈਟ ਆਫ ਦੀਜ਼ 4 ਥਿੰਗਸ। ਇੰਟਰਨੈਟ ਕਿਉਂ ਕਿਹਾ ਜਾ ਰਿਹਾ? ਥਿੰਗਸ ਕਿਉਂ ਕਿਹਾ ਜਾ ਰਿਹਾ? ਕਿਉਂਕਿ ਆਪਾਂ ਫਿਜ਼ੀਕਲ, ਹੁਣ ਆਪਾਂ ਨੈਟਵਰਕ ਡਿਵਾਈਸਿਸ ਨੂੰ ਨਹੀਂ ਸਿਰਫ ਕਨੈਕਟ ਕਰ ਰਹੇ, ਹੁਣ ਆਪਾਂ ਫਿਜ਼ੀਕਲ ਆਬਜੈਕਟਸ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ। ਅਤੇ ਇੰਟਰਨੈਟ ਕਿਉਂ ਯੂਜ਼ ਕਰ ਰਹੇ ਹਾਂ? ਹੁਣ ਇਹਨੂੰ ਸਮਝੋ। ਹੁਣ ਆਪਾਂ ਥਿੰਗਸ ਤਾਂ ਕਨੈਕਟ ਕਰਤੀਆਂ, ਜਿਵੇਂ ਪਹਿਲਾਂ ਨੈਟਵਰਕ ਡਿਵਾਈਸਿਸ ਕਨੈਕਟ ਕੀਤੇ ਸੀ। ਉਹ ਨੈਟਵਰਕ ਡਿਵਾਈਸਿਸ ਕਿਉਂ ਕਨੈਕਟ ਕੀਤੇ ਸੀ? ਤਾਂ ਕਿ ਲੋਕ ਆਪਸ ਦੇ ਵਿੱਚ ਕਮਿਊਨੀਕੇਟ ਕਰ ਸਕਣ, ਠੀਕ ਹੈ। ਹੁਣ ਥਿੰਗਸ ਕਿਉਂ ਆਪਾਂ ਕਨੈਕਟ ਕੀਤੀਆਂ ਨੇ? ਤਾਂ ਕਿ ਫਿਜ਼ੀਕਲ ਆਬਜੈਕਟਸ ਆਪਸ ਦੇ ਵਿੱਚ ਕੀ ਕਰ ਸਕਣ? ਆਪਸ ਦੇ ਵਿੱਚ ਇਹ ਕਮਿਊਨੀਕੇਟ ਕਰ ਸਕਣ। ਹੁਣ ਤੁਸੀਂ ਦੇਖੋ, ਨੈਕਸਟ ਕੁਐਸਚਨ ਕਮਸ, ਆਪਾਂ ਹਿਊਮਨਸ ਤਾਂ ਬੋਲ ਕੇ ਇੱਕ ਦੂਜੇ ਨਾਲ ਕਮਿਊਨੀਕੇਟ ਕਰ ਸਕਦੇ ਹਾਂ। ਹੁਣ ਮੈਂ ਜੇ ਤੁਹਾਨੂੰ ਸਬਜੈਕਟ ਸਮਝਾਉਣੀ ਪਈ ਹਾਂ ਤਾਂ ਮੈਂ ਤੁਹਾਡੇ ਨਾਲ ਬੋਲ ਕੇ ਕਮਿਊਨੀਕੇਟ ਕਰਦੀ ਪਈ ਹਾਂ, ਰਾਈਟ? ਦੋ ਇਟਸ ਅ ਵਨ ਵੇ ਕਮਿਊਨੀਕੇਸ਼ਨ, ਬਟ ਆਈ ਐਮ ਏਬਲ ਟੂ ਕਮਿਊਨੀਕੇਟ ਵਿਦ ਯੂ। ਬਟ ਜੇ ਇਹ ਆਬਜੈਕਟਸ ਨੇ ਕਮਿਊਨੀਕੇਟ ਕਰਨਾ ਹੈ ਤਾਂ ਇਹ ਕਿੱਦਾਂ ਕਮਿਊਨੀਕੇਟ ਕਰਨਗੇ? ਦੇ ਡੂ ਨੋਟ ਹੈਵ ਅ ਲੈਂਗੁਏਜ, ਦੇ ਕੈਨੋਟ ਸਪੀਕ ਇੰਗਲਿਸ਼, ਹਿੰਦੀ, ਪੰਜਾਬੀ, ਇੱਦਾਂ ਤਾਂ ਬੋਲ ਨਹੀਂ ਸਕਦੇ, ਤਾਂ ਕਿੱਦਾਂ ਕਮਿਊਨੀਕੇਟ? ਆਪਣੇ ਕੰਪਿਊਟਰਸ ਕਿੱਦਾਂ ਕਮਿਊਨੀਕੇਟ ਕਰਦੇ ਸੀ? ਆਪਾਂ ਡੇਟਾ ਟ੍ਰਾਂਸਫਰ ਕਰਦੇ ਸੀ ਨਾ, ਆਪਾਂ ਮੈਸੇਜਸ ਬਣਾਉਂਦੇ ਸੀ ਜਿਹਨੂੰ ਪੈਕਟਸ ਵੀ ਕਹਿੰਦੇ ਸੀ, ਮਤਲਬ ਡੇਟਾ ਮੈਸੇਜਸ ਬਣਦੇ ਸੀ। ਇਸੇ ਤਰ੍ਹਾਂ ਜੇ ਫਿਜ਼ੀਕਲ ਆਬਜੈਕਟਸ ਨੇ ਕਮਿਊਨੀਕੇਟ ਕਰਨਾ ਹੈਗਾ ਤਾਂ ਇਹਨਾਂ ਨੂੰ ਵੀ ਇੱਕ ਦੂਜੇ ਨੂੰ ਇਲੈਕਟ੍ਰੋਨਿਕ ਮੈਸੇਜਸ ਭੇਜਣੇ ਪੈਣਗੇ, ਇਲੈਕਟ੍ਰੋਨਿਕ ਡੇਟਾ ਟ੍ਰਾਂਸਫਰ ਕਰਨਾ ਪਊਗਾ ਆਪਸ ਦੇ ਵਿੱਚ, ਤਾਂ ਕਿ ਇਹ ਕਮਿਊਨੀਕੇਟ ਕਰ ਸਕਣ, ਠੀਕ ਹੈ। ਸੋ ਵਨ ਥਿੰਗ ਇੰਟਰਨੈਟ ਆਫ ਥਿੰਗਸ ਦੀ ਜਦ ਮੈਂ ਗੱਲ ਕਰਦੀ ਹਾਂ ਤਾਂ ਇਹ ਇੰਟਰਨੈਟ ਹੈ, ਇਹ ਇੰਟਰਕਨੈਕਸ਼ਨ ਹੈ ਕਾਹਦਾ? ਫਿਜ਼ੀਕਲ ਆਬਜੈਕਟਸ ਦਾ। ਦੂਜੀ ਚੀਜ਼ ਇਹਦੇ ਵਿੱਚ ਆਪਾਂ ਚਾਹੁੰਦੇ ਹਾਂ ਕਿ ਸਾਡੇ ਆਬਜੈਕਟਸ ਆਪਸ ਦੇ ਵਿੱਚ ਕੀ ਕਰਨ? ਸੈਂਸ ਤੇ ਕਮਿਊਨੀਕੇਟ ਕਰਨ। ਨਾਓ ਕਮਸ ਦੀ ਥਰਡ ਥਿੰਗਸ, ਇਹ ਆਪਸ ਵਿੱਚ ਕਿਵੇਂ ਕਮਿਊਨੀਕੇਟ ਕਰਨ? ਆਪਾਂ ਇਹ ਵੀ ਫਾਈਂਡ ਆਊਟ ਕੀਤਾ ਕਿ ਥਰੂ ਬਾਈ ਐਕਸਚੇਂਜਿੰਗ ਦੀ ਡਾਟਾ। ਹੁਣ ਫੋਰਥ, ਇਹ ਡਾਟਾ ਆਪ ਤਾਂ ਕਮਿਊਨੀਕੇਟ ਨਹੀਂ ਕਰ ਸਕਦੇ, ਇੱਦਾਂ ਤਾਂ ਨਹੀਂ ਹੈ ਕਿ ਤੁਹਾਡਾ AC ਆਪੇ ਹੀ ਡਾਟਾ ਭੇਜਣ ਲੱਗੇ। ਤਾਂ ਡਾਟਾ ਭਿਜਵਾਉਣ ਲਈ ਜਿਵੇਂ ਆਪਣੀ ਕੰਪਿਊਟਰਸ ਦੇ ਵਿੱਚ ਆਪਾਂ NIC ਨੈਟਵਰਕ ਇੰਟਰਫੇਸ ਕਾਰਡ ਹੁੰਦਾ, ਫਿਰ TCP/IP ਪ੍ਰੋਟੋਕੋਲ ਦਾ ਸੂਟ ਹੁੰਦਾ, ਸੌਫਟਵੇਅਰਸ ਹੁੰਦੇ ਨੇ, ਹਾਰਡਵੇਅਰਸ ਹੁੰਦੇ ਨੇ, ਮਦਰਬੋਰਡ ਐਕਸੈਕਟਰਾ। ਉੱਦਾਂ ਹੀ ਜਿਹੜੇ ਵੀ ਫਿਜ਼ੀਕਲ ਆਬਜੈਕਟ ਨੂੰ ਆਪਾਂ ਚਾਹੁੰਦੇ ਹਾਂ, ਪਾਵਰ ਦੇਣਾ ਚਾਹੁੰਦੇ ਹਾਂ ਕਿ ਉਹ ਦੂਜੇ ਹਿਊਮਨ ਜਾਂ ਥਿੰਗ ਨਾਲ ਕਮਿਊਨੀਕੇਟ ਕਰ ਸਕੇ, ਉਹਦੇ ਵਿੱਚ ਵੀ ਆਪਾਂ ਨੂੰ ਇਹ ਪਾਵਰ ਐਮਬੈਡ ਕਰਨੀ ਪਊਗੀ। ਕਿਹੜੀ ਪਾਵਰ? ਥਰੂ ਹਾਰਡਵੇਅਰ, ਸੌਫਟਵੇਅਰ, ਸਰਟਨ ਮਾਈਕਰੋਚਿਪਸ, ਰੇਡੀਓ ਫ੍ਰੀਕੁਐਂਸੀ RFIDs, ਆਈਡੈਂਟੀਫਿਕੇਸ਼ਨ ਕਾਰਡਸ, ਜਾਂ ਫਿਰ ਸੈਂਸਰਸ। ਉਹਦੇ ਵਿੱਚ ਕੁਛ ਨਾ ਕੁਛ ਇਹ ਜਿਹਾ ਇਲੈਕਟ੍ਰੋਨਿਕ ਕੰਪੋਨੈਂਟ ਪਾਉਣਾ ਪਊਗਾ ਜਿਹੜਾ ਡਾਟਾ ਰਿਸੀਵ ਕਰ ਸਕੇ, ਜਿਹੜਾ ਡਾਟਾ ਟ੍ਰਾਂਸਫਰ ਕਰ ਸਕੇ ਅਤੇ ਉਸ ਡਾਟਾ ਨੂੰ ਰਿਸੀਵ ਕਰਨ 'ਤੇ ਕੋਈ ਐਕਸ਼ਨ ਪਰਫੋਰਮ ਕਰ ਸਕੇ। ਸੋ ਦਿਸ ਇਜ਼ ਦੀ ਬਰੋਡ ਆਈਡੀਆ ਆਫ ਇੰਟਰਨੈਟ ਆਫ ਥਿੰਗਸ। ਜਦ ਅਸੀਂ ਇੰਟਰਨੈਟ ਆਫ ਥਿੰਗਸ ਦੀ ਗੱਲ ਕਰਦੇ ਹਾਂ ਤਾਂ ਅਸੀਂ ਗੱਲ ਕਰਦੇ ਹਾਂ ਇੰਟਰਕਨੈਕਸ਼ਨ ਆਫ ਫਿਜ਼ੀਕਲ ਆਬਜੈਕਟਸ, ਤਾਂ ਕਿ ਫਿਜ਼ੀਕਲ ਆਬਜੈਕਟਸ ਆਪਸ ਦੇ ਵਿੱਚ ਕੀ ਕਰ ਸਕਣ? ਕਮਿਊਨੀਕੇਟ ਕਰ ਸਕਣ। ਤਾਂ ਹੁਣ ਕਿੱਦਾਂ ਕਰ ਸਕਣਗੇ ਉਹ ਵੀ ਦੱਸਿਆ। ਉਹਦੇ ਲਈ ਆਪਾਂ ਨੂੰ ਉਹਨਾਂ ਦੇ ਵਿੱਚ ਕੁਛ ਇੰਬੈਡ ਕਰਨਾ ਪਊਗਾ, ਕੁਛ ਇਲੈਕਟ੍ਰੋਨਿਕ ਥਿੰਗਸ। ਉਹ ਆਪਾਂ ਪੜ੍ਹਾਂਗੇ ਕੁਛ ਇਲੈਕਟ੍ਰੋਨਿਕ ਥਿੰਗਸ ਕੀ ਨੇ। ਦੇ ਆਰ ਐਕਚੁਅਲੀ ਸੈਂਸਰਸ, algorithms, we'll come to detail in these things. For now, introductory lecture ਇਹ ਸਮਝੋ ਕਿ ਆਪਾਂ ਨੂੰ ਇਹਨਾਂ ਦੇ ਵਿੱਚ ਪਾਵਰ ਦੇਣੀ ਪਊਗੀ ਕੁਛ ਇਲੈਕਟ੍ਰੋਨਿਕ ਥਿੰਗਸ ਦੇ ਥਰੂ, ਕੁਛ ਇਲੈਕਟ੍ਰੋਨਿਕ ਸੌਫਟਵੇਅਰ ਜਾਂ ਹਾਰਡਵੇਅਰ ਦੇ ਥਰੂ, ਰਾਈਟ। ਇਹਨਾਂ ਨੂੰ ਐਡਰੈਸਿੰਗ ਵੀ ਦੇਣੀ ਪਊਗੀ ਤਾਂ ਕਿ ਹਰ ਆਬਜੈਕਟ ਯੂਨੀਕਲੀ ਕੀ ਕੀਤਾ ਜਾਏ? ਆਈਡੈਂਟੀਫਾਈ ਕਰ ਸਕੀਏ, ਠੀਕ ਹੈ। ਨੈਕਸਟ,
is sensors and actuators embedded in physical objects are linked through wired and wireless networks। ਅਸੀਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਵੇਂ ਫ੍ਰਿਜ ਤੇ ਮੇਰੀ ਵਾਚ ਆਪਸ ਵਿੱਚ ਕਮਿਊਨੀਕੇਟ ਕਰ ਸਕਣ, ਰਾਈਟ। ਤਾਂ ਸਾਨੂੰ ਉਹਨਾਂ ਦੇ ਵਿੱਚ ਸੈਂਸਰਸ ਐਂਡ ਐਕਚੁਏਟਰਸ ਪਾਣੇ ਪੈਣਗੇ। ਤਾਂ ਇਹ ਤੋਂ ਪਹਿਲਾਂ ਕਿ ਸੈਂਸਰਸ ਐਂਡ ਐਕਚੁਏਟਰਸ ਕੀ ਨੇ, ਆਈ ਜਸਟ ਟਰਾਈ ਟੂ ਗਿਵ ਯੂ ਅ ਸਮਾਲ ਐਗਜ਼ਾਮਪਲ ਤਾਂ ਕਿ ਤੁਹਾਨੂੰ ਇਹ ਬੈਟਰ ਸਮਝ ਆ ਪਾਵੇ। ਸਪੋਜ਼ ਆਈ ਐਮ ਸਿਟਿੰਗ ਇਨ ਅ ਰੂਮ, ਮੈਂ ਉਸ ਰੂਮ ਤੋਂ ਚਾਹੁੰਦੀ ਹਾਂ ਕਿ ਮੈਨੂੰ ਇਹ ਲੱਗਿਆ ਕਿ ਥੱਲੇ ਵਾਲੇ ਕਮਰੇ ਦੇ ਵਿੱਚ ਏਸੀ ਔਨ ਕਰ ਦੇਣਾ ਚਾਹੀਦਾ ਹੈ ਕਿ ਉੱਥੇ ਗਰਮੀ ਹੋ ਰਹੀ ਹੈ ਕਮਰੇ ਦੇ ਵਿੱਚ। ਪਰ ਵਨ ਆਪਸ਼ਨ ਇਜ਼ ਕਿ ਮੈਂ ਥੱਲੇ ਕਮਰੇ ਦੇ ਵਿੱਚ ਜਾਵਾਂ ਅਤੇ ਏਸੀ ਔਨ ਕਰਿਆ ਆਵਾਂ। ਸੈਕਿੰਡ ਪੋਸੀਬਿਲਿਟੀ ਇਜ਼ ਕਿ ਮੇਰੇ ਕੋਲ ਇੱਦਾਂ ਦਾ ਕੋਈ ਡਿਵਾਈਸ ਹੋਵੇ ਜਿੱਥੋਂ ਮੈਂ ਇੱਕ ਮੈਸੇਜ ਭਿਜਵਾਵਾਂ ਅਤੇ ਥੱਲੇ ਵਾਲਾ ਏਸੀ ਆਪਣੇ ਆਪ ਕੀ ਹੋ ਜੇ, ਔਨ ਹੋ ਜੇ, ਰਾਈਟ। ਤਾਂ ਜਾਂ ਇੱਦਾਂ ਵੀ ਹੋ ਸਕਦਾ ਕਿ ਥੱਲੇ ਵਾਲੇ ਕਮਰੇ ਦੇ ਵਿੱਚ ਇੱਕ ਏਸੀ ਲੱਗਿਆ ਹੈ, ਉਹ ਟੈਂਪਰੇਚਰ ਨੂੰ ਸੈਂਸ ਕਰੇ ਕਿ ਕਮਰੇ ਦਾ ਟੈਂਪਰੇਚਰ ਕਾਫੀ ਗਰਮ ਹੋ ਗਿਆ ਅਤੇ ਆਟੋਮੈਟਿਕਲੀ ਔਨ ਹੋ ਜਾਏ। ਜਾਂ ਤਾਂ ਆਪਾਂ ਏਸੀ ਔਨ ਕਰ ਸਕਦੇ ਹਾਂ ਜਾਂ ਕੀ ਹੋ ਸਕਦਾ ਆਟੋਮੈਟਿਕਲੀ ਉਹ ਜਿਹੜੀ ਥਿੰਗ ਹੈ ਏਸੀ, ਉਹ ਆਬਜੈਕਟ ਏਸੀ ਉਹ ਆਪਣੇ ਆਪ ਨੂੰ ਔਨ ਕਰ ਲੇ। ਉਹ ਕਿੱਦਾਂ ਔਨ ਕਰੂਗਾ, ਜੇ ਉਹ ਕਮਰੇ ਦੇ ਟੈਂਪਰੇਚਰ ਨੂੰ ਮੈਜਰ ਕਰੇ ਅਤੇ ਉਹ ਮੈਜਰ ਕਰਨ ਤੋਂ ਬਾਅਦ ਦੇਖੇ ਕਿ ਹਾਂ ਹੁਣ 26 ਡਿਗਰੀਜ਼ ਤੋਂ ਟੈਂਪਰੇਚਰ ਉੱਤੇ ਹੋ ਗਿਆ ਅਤੇ ਮੈਂ ਏਸੀ ਔਨ ਕਰਦਾ। ਦੈਟ ਮੀਨਸ ਉਹਨੂੰ ਕੀ ਸੈਂਸ ਕਰਨਾ ਪਊਗਾ, ਉਹਨੂੰ ਕਮਰੇ ਦੇ ਅੰਦਰ ਹੀਟ ਜਾਂ ਟੈਂਪਰੇਚਰ ਨੂੰ ਸੈਂਸ ਕਰਨਾ ਪਊਗਾ। ਇੱਕ ਹੋਰ ਐਗਜ਼ਾਮਪਲ ਲਓ, ਸਪੋਜ਼ ਤੁਸੀਂ ਆਪਣੇ ਗਾਰਡਨ ਦੇ ਵਿੱਚ ਸਪ੍ਰਿੰਕਲਰਸ ਲਾਏ ਨੇ, ਸਪ੍ਰਿੰਕਲਰਸ ਜਿਹੜੇ ਪਾਣੀ ਛਿੜਕਦੇ ਨੇ ਤੁਹਾਡੇ ਗਾਰਡਨਸ ਦੇ ਵਿੱਚ। ਹੁਣ ਵਨ ਆਪਸ਼ਨ ਇਜ਼ ਕਿ ਇੱਕ ਗਾਰਡਨਰ ਆਉਂਦਾ, ਇੱਕ ਮਾਲੀ ਆਉਂਦਾ, ਉਹ ਪਾਈਪ ਦੇ ਨਾਲ ਪਾਣੀ ਪਾ ਜਾਂਦਾ। ਇੱਕ ਤੁਸੀਂ ਉਹਨੂੰ ਆਟੋਮੇਟ ਕਰਤਾ। ਆਟੋਮੇਟ ਕਿੱਦਾਂ ਕੀਤਾ ਕਿ ਸਪ੍ਰਿੰਕਲਰ ਦੇ ਵਿੱਚ ਇੱਦਾਂ ਦੀ ਟੈਕਨੋਲੋਜੀ ਫਿੱਟ ਕਰਤੀ ਉਸ ਸਪ੍ਰਿੰਕਲਰ ਥਿੰਗ, ਉਸ ਰੀਅਲ ਫਿਜ਼ੀਕਲ ਆਬਜੈਕਟ ਵਿੱਚ ਇੱਦਾਂ ਦੀ ਟੈਕਨੋਲੋਜੀ ਇੰਬੈਡ ਕਰਤੀ ਕਿ ਉਹ ਸਪ੍ਰਿੰਕਲਰ ਤੁਹਾਡੇ ਸੋਇਲ ਦੇ ਮੋਇਸਚਰ ਨੂੰ ਮੈਜਰ ਕਰਦਾ ਹੈ। ਉਹ ਦੇਖਦੇ ਕਿ ਸੋਇਲ ਬਹੁਤ ਸਖਤ ਤਾਂ ਨਹੀਂ ਹੋਗੀ, ਉਹਨੂੰ ਪਾਣੀ ਦੀ ਤਾਂ ਨਹੀਂ ਲੋੜ ਕਿ ਉਹਦੇ ਵਿੱਚ ਮੋਇਸਚਰ ਹੈ, ਉਹ ਗਿੱਲੀ ਹੈ। ਜੇ ਉਹਨੂੰ ਲੱਗਦਾ ਬਹੁਤ ਸਖਤ ਹੋ ਗਈ, ਉਹਦੇ ਅੰਦਰ ਮੋਇਸਚਰ ਨਹੀਂ ਹੈ, ਤਾਂ ਸਪ੍ਰਿੰਕਲਰ ਕੀ ਕਰੂਗਾ, ਪਾਣੀ ਛਿੜਕਣਾ ਸ਼ੁਰੂ ਕਰ ਦੂਗਾ। ਦੈਟ ਮੀਨਸ ਸਪ੍ਰਿੰਕਲਰ ਦੇ ਵਿੱਚ ਕੁਛ ਇੱਦਾਂ ਦਾ ਹੋਣਾ ਚਾਹੀਦਾ ਜਿਹੜਾ ਸੋਇਲ ਦੇ ਮੋਇਸਚਰ ਨੂੰ ਸੈਂਸ ਕਰ ਸਕੇ। ਅਤੇ ਇਹੀ ਇੰਟਰਨੈਟ ਆਫ ਥਿੰਗਸ ਦਾ ਇੱਕ ਵੱਡਾ ਕੰਪੋਨੈਂਟ ਹੈ, ਸੈਂਸਰਸ। ਕਿਸੇ ਵੀ ਥਿੰਗ ਨੂੰ, ਕਿਸੇ ਵੀ ਫਿਜ਼ੀਕਲ ਆਬਜੈਕਟ ਨੂੰ ਇਹ ਪਾਵਰ ਦੇਣੀ ਕਿ ਉਹ ਕਮਿਊਨੀਕੇਟ ਕਰ ਸਕੇ, ਉਹ ਦੇਖ ਪਾਵੇ ਕਿ ਆਪਸ ਵਿੱਚ ਵੀ ਕਮਿਊਨੀਕੇਟ ਕਰ ਪਾਉਣ ਅਤੇ ਕੁਛ ਐਕਸ਼ਨ ਲੈ ਸਕੇ। ਉਹਦੇ ਵਿੱਚ ਕੁਛ ਇੱਦਾਂ ਦਾ ਸੈਂਸਿੰਗ ਡਿਵਾਈਸ ਹੋਣਾ ਚਾਹੀਦਾ ਕਿ ਉਹ ਚੀਜ਼ ਨੂੰ ਸੈਂਸ ਕਰਕੇ ਐਕਸ਼ਨ ਪਰਫੋਰਮ ਕਰ ਸਕੇ। ਫੋਰ ਐਗਜ਼ਾਮਪਲ ਜਿਹੜੀ ਸਪ੍ਰਿੰਕਲਰ ਦੀ ਮੈਂ ਗੱਲ ਕੀਤੀ, ਉਹਦੇ ਵਿੱਚ ਕਿੱਦਾਂ ਦਾ ਸੈਂਸਰ ਚਾਹੀਦਾ, ਉਹਦੇ ਵਿੱਚ ਸੈਂਸਰ ਚਾਹੀਦਾ ਜਿਹੜਾ ਸੋਇਲ ਦੇ ਮੋਇਸਚਰ ਨੂੰ ਮੈਜਰ ਕਰ ਸਕੇ। ਉੱਦਾਂ ਦਾ ਆਪਾਂ ਇੰਬੈਡ ਕਰਾਂਗੇ। ਏਸੀ ਜਿਹੜਾ ਔਨ ਹੋਣਾ ਆਟੋਮੈਟਿਕਲੀ, ਉਹ ਕਿੱਦਾਂ ਦਾ ਚਾਹੀਦਾ, ਜਿਹੜਾ ਕਮਰੇ ਦੀ ਹੀਟ ਨੂੰ, ਜਿਵੇਂ ਆਪਾਂ ਕੋਲ ਮਰਕਰੀ ਥਰਮੋਮੀਟਰਸ ਹੁੰਦੇ ਆ ਨਾ, ਉਹ ਮਰਕਰੀ ਰਾਈਜ਼ ਕਰਦੀ ਹੈ ਤਾਂ ਆਪਾਂ ਦੱਸਦੇ ਕਿ ਹੀਟ ਜ਼ਿਆਦਾ ਹੈ, ਟੈਂਪਰੇਚਰ ਜ਼ਿਆਦਾ, ਉੱਦਾਂ ਹੀ ਸੈਂਸਰਸ ਹੋਣੇ ਚਾਹੀਦੇ ਨੇ। ਸੋ ਵਨ ਮੇਜਰ ਥਿੰਗਸ ਇਜ਼ ਫਿਜ਼ੀਕਲ ਆਬਜੈਕਟਸ ਦੇ ਵਿੱਚ ਕੀ ਹੋਣੇ ਚਾਹੀਦੇ ਨੇ, ਸੈਂਸਰ। ਸੈਂਸਰਸ ਕਾਹਦੇ ਲਈ ਨੇ, ਉਹ ਇਨਪੁਟ ਰਿਸੀਵ ਕਰਦੇ ਨੇ, ਉਹ ਸੈਂਸ ਕਰਦੇ ਨੇ ਕਿ ਕੁਛ ਐਕਸ਼ਨ ਪਰਫੋਰਮ ਕਰਨ ਤੋਂ ਪਹਿਲਾਂ ਕਿ ਆਹ ਵਾਲੀ ਚੀਜ਼ ਹੋਈ ਹੈ ਤਾਂ ਮੈਨੂੰ ਆਹ ਆਟੋਮੈਟਿਕਲੀ ਕਰਨਾ ਹੈ। ਆਪਾਂ ਆਬਜੈਕਟਸ ਨੂੰ ਇੰਟੈਲੀਜੈਂਸ ਦੇ ਰਹੇ ਹਾਂ, ਉਹ ਇੰਟੈਲੀਜੈਂਸ ਦੇਣ ਲਈ ਇੱਕ ਕੰਪੋਨੈਂਟ ਆਪਣਾ ਕੀ ਹੁੰਦਾ ਹੈ, ਸੈਂਸਰ, ਜਿਹੜੇ ਕਿਸੇ ਚੀਜ਼ ਨੂੰ ਸੈਂਸ ਕਰਦੇ ਨੇ। ਐਜ਼ ਆਈਵ ਟੋਲਡ ਯੂ, ਆਪਣਾ ਸਪ੍ਰਿੰਕਲਰ ਐਂਡ ਏਸੀ। ਅਨਦਰ ਐਗਜ਼ਾਮਪਲ ਹੈ, ਇੱਕ ਗਰਾਜ ਡੋਰ ਹੈ। ਤੁਸੀਂ ਕਾਰ ਡਰਾਈਵ ਕਰਕੇ ਆਏ, ਇੱਕ ਆਪਸ਼ਨ ਹੈ ਤੁਸੀਂ ਗੱਡੀ 'ਚੋਂ ਨਿਕਲੇ ਅਤੇ ਗੈਰੇਜ ਦਾ ਡੋਰ ਆਪੇ ਖੋਲ੍ਹਿਆ ਅਤੇ ਗੱਡੀ ਪਾਰਕ ਕਰਤੀ। ਦੂਜੀ ਆਪਸ਼ਨ ਤੁਹਾਡੇ ਕੋਲ ਕੀ ਹੈ ਕਿ ਤੁਸੀਂ ਗੱਡੀ 'ਚ ਬੈਠੇ ਹੋ, ਤੁਹਾਡੇ ਡੋਰ ਦੇ ਉੱਤੇ ਇੱਕ ਇਮੇਜ ਸੈਂਸਰ ਲੱਗਿਆ ਹੋਇਆ। ਉਹਨੇ ਦੇਖਿਆ ਕਿ ਵਹੀਕਲ ਆ ਰਿਹਾ, ਉਹਨੇ ਇਮੇਜਸ ਸਟੋਰ ਕੀਤੀਆਂ ਸੀ ਕਿ ਜਦ ਇੱਦਾਂ ਦੇ ਵਹੀਕਲਸ ਆਉਣਗੇ ਮੈਂ ਗਰਾਜ ਦਾ ਡੋਰ ਓਪਨ ਕਰਨਾ। ਤਾਂ ਉਹਨੇ ਸੈਂਸ ਕੀਤਾ ਕਿ ਇੱਕ ਵਹੀਕਲ ਆ ਰਿਹਾ। ਜਦੋਂ ਉਹਨੇ ਸੈਂਸ ਕੀਤਾ ਤਾਂ ਡੋਰ ਆਟੋਮੈਟਿਕਲੀ ਕੀ ਹੋ ਗਿਆ, ਓਪਨ ਹੋ ਗਿਆ। ਤਾਂ ਸੈਂਸ ਕੀ ਹੈ, ਉਹਨੇ ਵਹੀਕਲ ਸੈਂਸ ਕੀਤਾ, ਸਪ੍ਰਿੰਕਲਰ ਨੇ ਸੋਇਲ ਦਾ ਮੋਇਸਚਰ ਸੈਂਸ ਕੀਤਾ, ਏਸੀ ਨੇ ਕੀ ਕੀਤਾ, ਹੀਟ ਸੈਂਸ ਕੀਤੀ। ਤਾਂ ਇਹ ਜਿਹੜੀ ਫਿਜ਼ੀਕਲ ਆਬਜੈਕਟਸ ਨੂੰ ਆਪਾਂ ਇੰਟੈਲੀਜੈਂਸ ਦਿੱਤੀ ਸੈਂਸ ਕਰਨ ਦੀ, ਉਹ ਕਾਹਦੇ ਥਰੂ ਦਿੱਤੀ, ਸੈਂਸਰਸ ਥਰੂ ਦਿੱਤੀ, ਠੀਕ ਹੈ। ਅਤੇ ਕੁਛ ਸੈਂਸ ਕਰਨ ਤੋਂ ਬਾਅਦ ਕੀ ਹੋਇਆ, ਕੁਛ ਐਕਸ਼ਨ ਪਰਫੋਰਮ ਹੋਇਆ। ਐਕਸ਼ਨ ਕੀ ਪਰਫੋਰਮ ਹੋਇਆ, ਸਪ੍ਰਿੰਕਲਰ ਦੇ ਕੇਸ ਵਿੱਚ ਕੀ ਹੋਇਆ, ਗਾਰਡਨ ਦੇ ਵਿੱਚ ਪਾਣੀ ਲੱਗ ਗਿਆ, ਪਾਣੀ ਛਿੜਕਣ ਲੱਗ ਗਿਆ। ਗਰਾਜ ਡੋਰ ਦੇ ਕੇਸ ਵਿੱਚ ਕੀ ਹੋਇਆ, ਗਰਾਜ ਡੋਰ ਖੁੱਲ੍ਹ ਗਿਆ, ਰਾਈਟ। ਏਸੀ ਦੇ ਕੇਸ ਵਿੱਚ ਕੀ ਹੋਇਆ, ਏਸੀ ਚੱਲਣ ਲੱਗ ਗਿਆ। ਤਾਂ ਕੁਛ ਐਕਸ਼ਨ ਪਰਫੋਰਮ ਹੋਇਆ। ਐਕਸ਼ਨ ਪਰਫੋਰਮ ਕਰਨ ਵਾਲੇ ਡਿਵਾਈਸਿਸ ਫਿਜ਼ੀਕਲ ਆਬਜੈਕਟਸ ਵਿੱਚ ਕੀ ਕਹਿਲਾਉਂਦੇ ਨੇ, ਐਕਚੁਏਟਰਸ, ਰਾਈਟ। ਸੋ ਵਾਟ ਆਰ ਸੈਂਸਰਸ, ਸੈਂਸਰਸ ਕੀ ਨੇ ਮੇਰੇ, ਜੋ ਕਿਸੇ ਚੀਜ਼ ਨੂੰ ਸੈਂਸ ਕਰਦੇ ਨੇ। ਐਕਚੁਏਟਰਸ ਕੀ ਨੇ ਮੇਰੇ, ਜੋ ਐਕਸ਼ਨ ਪਰਫੋਰਮ ਕਰਦੇ ਨੇ ਕਿ ਕੀ ਕਰਨਾ ਹੈਗਾ ਸੈਂਸ ਕਰਨ ਤੋਂ ਬਾਅਦ।
ਤਾਂ ਜਦ ਆਪਾਂ ਇੰਟਰਨੈਟ ਆਫ ਥਿੰਗਸ ਦੀ ਗੱਲ ਕਰਦੇ ਹਾਂ, ਅਗੇਨ ਟਰਾਈਂਗ ਟੂ ਸਮਰਾਈਜ਼ ਇਟ, ਇੰਟਰਨੈਟ ਆਫ ਥਿੰਗਸ ਦੀ ਮਤਲਬ ਜਿਹੜੀਆਂ ਆਪਣੀਆਂ ਫਿਜ਼ੀਕਲ ਆਬਜੈਕਟਸ ਨੇ, ਆਪਾਂ ਉਹਨਾਂ ਨੂੰ ਪਾਵਰ ਦੇ ਰਹੇ ਹਾਂ ਕਮਿਊਨੀਕੇਟ ਕਰਨ ਦੀ। ਉਹ ਕੁਛ ਇੰਟੈਲੀਜੈਂਟਲੀ ਹਿਊਮਨਸ ਵਾਂਗ ਕਰ ਸਕਦੇ ਨੇ ਅਤੇ ਆਪਸ ਵਿੱਚ ਕਮਿਊਨੀਕੇਟ ਕਰ ਸਕਦੇ ਨੇ, ਅਤੇ ਹਿਊਮਨਸ ਨਾਲ ਵੀ ਕਮਿਊਨੀਕੇਟ ਕਰ ਸਕਦੇ। ਮਤਲਬ ਆਪਾਂ ਹੁਣ ਕਨੈਕਸ਼ਨ ਬਣਾ ਰਹੇ ਹਾਂ ਕਾਹਦੇ ਦੇ ਵਿੱਚ, ਥਿੰਗਸ ਦੇ ਵਿੱਚ, ਫਿਜ਼ੀਕਲ ਆਬਜੈਕਟਸ ਦੇ ਵਿੱਚ। ਤਾਂ ਫਿਜ਼ੀਕਲ ਆਬਜੈਕਟਸ ਨੂੰ ਫਰਸਟ ਥਿੰਗ ਜੋ ਆਪਾਂ ਉਹਦਾ ਕੰਪੋਨੈਂਟ ਸਮਝ ਰਹੇ ਹਾਂ ਕਿ ਕੁਛ ਕਰਨ ਵਾਸਤੇ ਦੋ ਚੀਜ਼ਾਂ ਦੀ ਤਾਂ ਮੇਜਰਲੀ ਲੋੜ ਪੈਂਦੀ ਹੈ, ਸੈਂਸਰਸ ਅਤੇ ਐਕਚੁਏਟਰ। ਸੈਂਸਰਸ ਕੀ ਨੇ, ਜੋ ਕੁਛ ਸੈਂਸ ਕਰਦੇ ਨੇ, ਕਿ ਵੇਰੀ ਟਾਈਪ ਆਫ ਸੈਂਸਰਸ, image sensors, heat sensors, your pressure sensors, your alcohol sensors। actuators ਕੀ ਹੈ, ਕੋਈ ਜੋ ਕੁਛ ਐਕਸ਼ਨ ਕਰਦੇ ਨੇ, ਠੀਕ ਹੈ। ਹੁਣ ਇੰਟਰਨੈਟ ਆਫ ਥਿੰਗਸ ਵਿੱਚ ਮੈਂ ਪਹਿਲਾਂ ਵੀ ਜਿਵੇਂ ਕਿਹਾ ਕਿ ਫਿਜ਼ੀਕਲ ਆਬਜੈਕਟਸ ਆਪਸ ਵਿੱਚ ਕਮਿਊਨੀਕੇਟ ਕਰਦੇ ਨੇ, ਥਿੰਗਸ ਦੇ ਵਿੱਚ ਇੰਟੈਲੀਜੈਂਸ ਆ ਜਾਂਦੀ ਹੈ ਕੁਛ ਆਟੋਮੈਟਿਕਲੀ ਕਰਨ ਦੀ, ਆਪਾਂ ਨੂੰ ਹਿਊਮਨ ਇੰਟਰਫੇਰੈਂਸ ਦੀ ਮਤਲਬ ਇੰਨੀ ਜ਼ਿਆਦਾ ਲੋੜ ਨਹੀਂ ਪੈਂਦੀ। ਤਾਂ ਹੁਣ ਜਿਵੇਂ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ, ਆਪਸ ਵਿੱਚ ਕਿਵੇਂ ਕਮਿਊਨੀਕੇਟ ਕਰਦੇ ਨੇ, ਜਿਵੇਂ ਮੈਂ ਕਿਹਾ ਕਿ ਦੇ ਕੈਨ ਕਮਿਊਨੀਕੇਟ ਵਿਦ ਈਚ ਅਦਰ। ਫੋਰ ਐਗਜ਼ਾਮਪਲ, ਇਹਦੀ ਐਗਜ਼ਾਮਪਲ ਤੁਸੀਂ ਆ ਲਓ ਕਿ ਯੂ ਆਰ ਸਲੀਪਿੰਗ ਔਨ ਯੋਰ ਬੈਡ। ਨਾਓ ਯੂ ਆਰ ਸਲੀਪਿੰਗ ਔਨ ਯੋਰ ਬੈਡ, ਜਦ ਤੁਸੀਂ ਉੱਠੇ ਮਾਰਨਿੰਗ ਵਿੱਚ ਤੁਸੀਂ ਚਾਹੁੰਦੇ ਹੋ ਤੁਸੀਂ ਕੌਫੀ ਪੀਣੀ, ਤੁਹਾਡੇ ਕਿਚਨ ਵਿੱਚ ਇੱਕ ਇਲੈਕਟ੍ਰੋਨਿਕ ਕੌਫੀ ਮੇਕਰ ਪਿਆ, ਜਿਹੜਾ ਜਿਵੇਂ ਤੁਸੀਂ ਬੈੱਡ ਤੋਂ ਉੱਠਦੇ ਹੋ, ਮਤਲਬ ਤੁਹਾਡੀਆਂ ਅੱਖਾਂ ਖੁੱਲ੍ਹਦੀਆਂ ਨਾ, ਤਾਂ ਕੌਫੀ ਮੇਕਰ ਵਿੱਚ ਪਾਣੀ ਆਪੇ ਬੋਇਲ ਹੋਣ ਲੱਗ ਜਾਏਗਾ। ਹੁਣ ਇਜ਼ ਦਿਸ ਪੋਸੀਬਲ? ਜੇ ਆਪਾਂ 50 ਈਅਰਸ ਜਾਂ 10 ਈਅਰਸ ਪਹਿਲਾਂ ਸੋਚੀਏ ਕਿ ਤੁਸੀਂ ਬੈੱਡ ਤੋਂ ਸੁੱਤੇ ਉੱਠੇ, ਤੁਸੀਂ ਅੱਖਾਂ ਖੋਲ੍ਹੀਆਂ ਤਾਂ ਕੌਫੀ ਮੇਕਰ ਆਪੇ ਚੱਲ ਪਿਆ, ਉਹਨੂੰ ਪਤਾ ਚੱਲ ਗਿਆ ਤੁਸੀਂ ਉੱਠ ਕੇ। ਇਹ ਪੋਸੀਬਲ ਸੀਗਾ ਪਹਿਲਾਂ? ਨਹੀਂ ਸੀ। ਹੁਣ ਕਿੱਦਾਂ ਇਹ ਪੋਸੀਬਲ ਹੈ? ਇਟ ਇਜ਼ ਪੋਸੀਬਲ ਡਿਊ ਟੂ ਇੰਟਰਨੈਟ ਆਫ ਥਿੰਗਸ। ਕਿੱਦਾਂ? ਸਪੋਜ਼ ਤੁਸੀਂ ਇੱਕ ਘੜੀ ਲਾ ਕੇ ਸੁੱਤੇ ਹੋ, ਉਹ ਘੜੀ ਤੁਹਾਡੀ ਪਲਸ ਮੈਜਰ ਕਰਦੀ ਹੈ, ਤੁਹਾਡੀ ਕੁਛ ਅੰਦਰ ਹੋਰ ਤੁਹਾਡੀ ECG, ਤੁਹਾਡੇ ਹਾਰਟ ਬੀਟ, ਸਮ ਥਿੰਗਸ ਇਟ ਮੈਜਰਸ, ਜਿਹੜੀਆਂ ਦੱਸਦੀਆਂ ਨੇ ਕਿ ਤੁਸੀਂ ਹਿਊਮਨ ਬੋਡੀ ਸਲੀਪ ਸਟੇਟ ਵਿੱਚ ਹੈ ਕਿ ਅਵੇਕ ਸਟੇਟ ਵਿੱਚ ਹੈ। ਹੁੰਦਾ ਨਾ, ਤੁਹਾਡੀ ਹਾਰਟ ਬੀਟ ਥੋੜ੍ਹੀ ਇੰਪਰੂਵ ਹੋ ਜਾਂਦੀ, ਥੋੜ੍ਹੀ ਵੱਧ ਜਾਂਦੀ ਹੈ, ਤੁਹਾਡਾ ਟੈਂਪਰੇਚਰ ਥੋੜ੍ਹਾ ਡਿਫਰੈਂਟ ਹੋ ਜਾਂਦਾ ਜਦ ਤੁਸੀਂ ਸੁੱਤੇ ਹੁੰਦੇ ਹੋ ਤਾਂ ਤੁਸੀਂ ਉੱਠਦੇ ਹੋ। ਇੱਦਾਂ ਦੀਆਂ ਚੀਜ਼ਾਂ ਵਾਚ ਨੇ ਮੈਜਰ ਕੀਤਾ। ਜਦ ਤੁਸੀਂ ਉੱਠੇ ਉਹ ਪੈਰਾਮੀਟਰਸ ਚੇਂਜ ਹੋਏ, ਫੋਰ ਐਗਜ਼ਾਮਪਲ ਤੁਹਾਡੀ ਬੋਡੀ ਦਾ ਟੈਂਪਰੇਚਰ, ਤੁਹਾਡੀ ਪਲਸ ਚੇਂਜ ਹੋਈ। ਜਦੋਂ ਉਹਨੇ ਆ ਦੇਖਿਆ ਕਿ ਹਾਂ ਹੁਣ ਇਹ ਪਰਸਨ ਦੇ ਪੈਰਾਮੀਟਰਸ ਇੱਦਾਂ ਚੇਂਜ ਹੋਏ ਨੇ ਕਿ ਉਹ ਉੱਠ ਗਿਆ, ਤਾਂ ਉਹਨੇ ਇੱਕ ਡੇਟਾ ਮੈਸੇਜ ਬਣਾਇਆ ਅਤੇ ਉਹਨੇ ਉਹ ਡੇਟਾ ਮੈਸੇਜ ਕਿਹਨੂੰ ਭੇਜਤਾ? ਕਿਚਨ ਦੇ ਵਿੱਚ ਕੌਫੀ ਮੇਕਰ ਨੂੰ। ਹੁਣ ਕੌਫੀ ਮੇਕਰ ਦੇ ਵਿੱਚ ਵੀ ਇੱਦਾਂ ਦੀ ਕੈਪੇਬਿਲਿਟੀ ਸੀ ਕਿ ਉਹਨੇ ਉਹ ਮੈਸੇਜ ਰਿਸੀਵ ਕੀਤਾ, ਤਾਂ ਉਹਨੇ ਦੇਖਿਆ ਹਾਂ ਮੈਨੂੰ ਇਹ ਮੈਸੇਜ ਆ ਰਿਹਾ ਜਿਹੜਾ ਦੱਸ ਰਿਹਾ ਕਿ ਦੈਟ ਪਰਸਨ ਹੈਜ਼ ਗੋਟ ਅ, ਤਾਂ ਕੌਫੀ ਮੇਕਰ ਨੇ ਕੀ ਕਰਤਾ? ਪਾਣੀ ਬੋਇਲ ਕਰਨਾ ਸ਼ੁਰੂ ਕਰਤਾ। ਸੋ ਦਿਸ ਇਜ਼ ਹਾਊ ਟੂ ਥਿੰਗਸ ਆਰ ਕਮਿਊਨੀਕੇਟਿੰਗ। ਨਾ ਤਾਂ ਕੀ ਹੋਣਾ ਸੀ, ਤੁਸੀਂ ਜਾ ਕੇ ਕੌਫੀ ਮੇਕਰ ਔਨ ਕਰਦੇ। ਸੋ ਦਿਸ ਇਜ਼ ਦ ਬਰੋਡ ਆਈਡੀਆ ਬਿਹਾਈਂਡ ਇੰਟਰਨੈਟ ਆਫ ਥਿੰਗਸ ਕਿ ਡਿਵਾਈਸਿਸ ਆਪਸ ਵਿੱਚ ਕਮਿਊਨੀਕੇਟ ਕਰ ਰਹੇ ਨੇ, ਯੂਜੂਅਲੀ ਵਾਇਰਲੈਸ ਮੀਡੀਅਮ ਦੇ ਥਰੂ। ਜਿਵੇਂ ਆ ਕੌਫੀ ਮੇਕਰ 'ਤੇ ਮੈਂ ਤੁਹਾਨੂੰ ਹਿਊਮਨ ਬੀਇੰਗ ਉੱਠਣ ਦੇ ਸਮਾਰਟ ਵਾਚ ਨੇ ਜਿਹੜਾ ਡੇਟਾ ਮੈਸੇਜ ਭੇਜਿਆ, ਅਤੇ ਇਹ ਕੁਛ ਐਕਸ਼ਨ ਪਰਫੋਰਮ ਕਰ ਰਹੇ ਨੇ। ਇਹ ਐਕਸ਼ਨ ਪਰਫੋਰਮ ਕਰਨ ਲਈ ਐਜ਼ ਆਈ ਐਕਸਪਲੇਨਡ ਯੂ ਸਾਨੂੰ ਸੈਂਸਰਸ ਚਾਹੀਦੇ ਨੇ ਅਤੇ ਐਕਚੁਏਟਰਸ ਚਾਹੀਦੇ ਨੇ। ਸੈਂਸਰ ਜਿਵੇਂ ਉਹਨੇ ਸੈਂਸ ਕੀਤਾ ਤੁਹਾਡੇ ਪਲਸ, ਉਹਨੇ ਸੈਂਸ ਕੀਤਾ ਸੋਇਲ ਦਾ ਮੋਇਸਚਰ, ਰਾਈਟ। ਨੈਕਸਟ, it is the internet which gives the things power to communicate। ਆਪਾਂ ਸਮਝ ਚੁੱਕੇ ਹਾਂ। it allows object to be sensed। ਇਹ ਵੀ ਆਪਾਂ ਹੁਣੇ broadly ਬਹੁਤ ਵਧੀਆ ਤਰ੍ਹਾਂ ਸਮਝਿਆ what it is meant to be। it gives objects to be sensed and controlled remotely cross existing network infrastructure। ਮਤਲਬ ਹੁਣ ਜਿਵੇਂ ਘਰ ਦੇ ਵਿੱਚ ਦੋ ਚੀਜ਼ਾਂ ਕਮਿਊਨੀਕੇਟ ਕਰ ਰਹੀਆਂ ਕਿ ਅਸੀਂ ਘਰ ਦਾ ਜੋ ਐਗਜ਼ਿਸਟਿੰਗ ਵਾਈਫਾਈ ਸੀ ਉਹਨੂੰ ਯੂਜ਼ ਕੀਤਾ। the intelligence and value from an IoT system is based upon what can be learned from the data, and sensors are the source of IoT data। ਉਹ ਕਹਿੰਦੇ ਕਿ ਕੋਈ ਆਬਜੈਕਟ ਕੁਛ ਪਰਫੋਰਮ ਕਰੇ, ਉਹ ਕਿਸ ਬੇਸਿਸ 'ਤੇ ਪਰਫੋਰਮ ਕਰੂਗਾ? ਉਹਨੂੰ ਕੋਈ ਡਾਟਾ ਆਵੇ ਨਾ, ਜਿਵੇਂ ਸਪ੍ਰਿੰਕਲਰ ਦੇ ਵਿੱਚ ਕੀ ਡਾਟਾ ਆਇਆ ਸੀ? ਸੋਇਲ ਦਾ ਮੋਇਸਚਰ ਆਇਆ ਸੀ। ਕੌਫੀ ਮੇਕਰ ਕੋ ਕੀ ਡਾਟਾ ਆਇਆ ਸੀ? ਬੰਦੇ ਦੀ ਉੱਠੇ ਦੀ ਪਲਸ 'ਤੇ ਉਹਦੇ ਬੇਸਿਸ 'ਤੇ ਜੋ ਮੈਸੇਜ ਗਿਆ ਸੀ। ਪਰ ਇਹ ਡਾਟਾ ਕਿਹਨੇ ਸੈਂਸ ਕੀਤਾ? ਇਹ ਡਾਟਾ ਸੈਂਸ ਕੀਤਾ ਸੈਂਸਰਸ ਨੇ। ਤਾਂ ਸੈਂਸਰਸ ਆਰ ਦੀ ਸੋਰਸ ਆਫ IoT ਡਾਟਾ। ਆ ਦੇਖੋ ਐਗਜ਼ਾਮਪਲ ਵੀ ਹੈ ਸੈਂਸਰਸ ਐਂਡ ਐਕਚੁਏਟਰਸ। this is an example of actually this is the sensor, this is the actuator, this is the actually the example ਕਿ ਤੁਸੀਂ ਕਈ ਵਾਰ ਥੋੜ੍ਹੇ ਵਧੀਆ ਵਾਲੇ ਰੂਮਸ ਵਿੱਚ ਦੇਖਿਆ ਹੋਏ ਤਾਂ ਤੁਹਾਡੇ ਉੱਤੇ ਨਾ ਸੀਲਿੰਗ ਦੇ ਉੱਤੇ ਸਰਕਲ ਦੇ ਵਾਂਗ ਇੱਕ ਸਪ੍ਰਿੰਕਲਰਸ 'ਚ ਲੱਗੇ ਹੁੰਦੇ ਨੇ। ਉਹ ਸਪ੍ਰਿੰਕਲਰਸ ਕਾਹਦੇ ਲਈ ਹੁੰਦੇ? ਉਹਨਾਂ ਨੂੰ ਸਮੋਕ ਡਿਟੈਕਟਰਸ ਵੀ ਕਿਹਾ ਜਾਂਦਾ ਕਿ ਉਹ ਤੁਹਾਡੀ ਸਮੋਕ ਡਿਟੈਕਟ ਕਰਦੇ ਨੇ, ਅਤੇ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਸਮੋਕ ਹੈ ਤਾਂ ਉਹ ਪਾਣੀ ਛਿੜਕਣਾ ਸ਼ੁਰੂ ਕਰ ਦਿੰਦੇ ਨੇ ਤਾਂ ਕਿ ਤੁਹਾਡੇ ਉੱਥੇ ਰੂਮ ਦੇ ਵਿੱਚ ਅੱਗ ਨਾ ਲੱਗੇ। ਤਾਂ ਉਹ ਉਹੀ ਦੱਸ ਰਹੇ ਨੇ ਕਿ ਇੱਕ ਆਟੋਮੈਟਿਕ ਰੂਮ ਦੇ ਵਿੱਚ ਸੈਂਸਰ ਲੱਗਿਆ ਹੋਇਆ ਸੀ
ਟੈਂਪਰੇਚਰ ਉਹ ਡਿਟੈਕਟ ਕਰਦਾ ਸੀ ਜਾਂ ਸਮੋਕ ਡਿਟੈਕਟ ਕਰਦਾ ਸੀ। ਜਦ ਇੱਕ ਪਰਟੀਕੂਲਰ ਟੈਂਪਰੇਚਰ ਤੋਂ ਉੱਤੇ ਹੁੰਦਾ ਤਾਂ ਸਿਗਨਲ ਦਿੰਦਾ ਕੰਟਰੋਲ ਸੈਂਟਰ ਨੂੰ। ਕੰਟਰੋਲ ਸੈਂਟਰ ਕਮਾਂਡ ਦਿੰਦਾ ਕਿ ਇਹਨੂੰ ਸਪ੍ਰਿੰਕਲਰ ਨੂੰ, ਤੇ ਸਪ੍ਰਿੰਕਲਰ ਕੀ ਕਰਨਾ ਸ਼ੁਰੂ ਕਰ ਦਿੰਦਾ, ਪਾਣੀ ਫਲੇਮ ਦੇ ਉੱਤੇ ਪਾਉਣਾ ਸ਼ੁਰੂ ਕਰ ਦਿੱਤਾ। ਤੇ ਜਿਹਨੇ ਐਕਸ਼ਨ ਲਿੱਤਾ ਉਹਨੂੰ ਆਪਾਂ ਕੀ ਕਹਿੰਦੇ, ਐਕਚੁਅਲ ਐਕਸ਼ਨ ਲਿੱਤਾ, ਐਕਚੁਏਟਰ। ਤੇ ਜਿਹਨੇ ਕੁਝ ਸੈਂਸ ਕੀਤਾ, ਜਿਹੜਾ ਡਾਟਾ ਇਕੱਠਾ ਕੀਤਾ, ਉਹਨੂੰ ਆਪਾਂ ਕੀ ਕਹਿੰਦੇ ਆ, ਸੈਂਸਰਸ। ਤਾਂ ਵੇਰੀਅਸ ਟਾਈਪਸ ਆਫ ਸੈਂਸਰਸ ਹੁੰਦੇ ਨੇ। ਦੇ ਹੈਵ ਟੋਲਡ ਉਹ ਕੁਛ ਨਾ ਕੁਛ ਫਿਜ਼ੀਕਲ ਪ੍ਰੋਪਰਟੀ ਮੈਜਰ ਕਰਦੇ ਨੇ। ਕੁਡ ਵੀ ਜਿਵੇਂ ਟੈਂਪਰੇਚਰ, ਤੁਹਾਡੀ ਰੈਜ਼ਿਸਟੈਂਸ, ਇਲੈਕਟ੍ਰਿਕ ਰੈਜ਼ਿਸਟੈਂਸ, ਕੈਪੈਸਿਟੈਂਸ, ਕੰਡਕਸ਼ਨ, ਹੀਟ ਟ੍ਰਾਂਸਫਰ, ਰਾਈਟ। ਲੈਟਸ ਮੂਵ ਅਹੈਡ। Examples, for example AC could be turned on, ਆਪਾਂ ਕਰਿਆ wristband, sprinkler, we have already discussed these examples for Internet of Things, and ਆਉਣ ਵਾਲੇ lectures ਵਿੱਚ ਆਪਾਂ ਹੋਰ ਵੀ case studies, ਹੋਰ ਵੀ examples ਕਰਾਂਗੇ ਤਾਂ ਕਿ ਇਹ subject ਦੀ ਤੁਹਾਨੂੰ thorough understanding ਹੋ ਸਕੇ। IoT in our daily life, this is, I have put this slide so that you understand कि IoT इतना important क्यों है। ਹੁਣ ਜੇ ਦੇਖਿਆ ਜਾਵੇ ਨਾ, if you see this is ਕਿ ATMs ਨੇ, ਆਪਣੀਆਂ ਗੱਡੀਆਂ ਨੇ, IoT ਹੁਣ ਹਰ ਸਫੀਅਰ ਦੇ ਵਿੱਚ ਨਾ ਰੋਲ ਪਲੇ ਕਰਦਾ ਪਿਆ। ਕੰਸੀਡਰ ਐਗਰੀਕਲਚਰ ਵਿੱਚ ਕਈ ਵਾਰ ਇੱਦਾਂ ਹੁੰਦਾ ਕਿ ਫਾਰਮਰ ਆਪਣੇ ਫੀਲਡਸ ਵਿੱਚ ਨਹੀਂ ਜਾ ਪਾ ਰਿਹਾ ਅਤੇ ਰਾਈਸ ਕ੍ਰੌਪ ਲਾਈ ਸੀ, ਉਹਨੂੰ ਪਾਣੀ ਪਾਉਣਾ ਸੀ, ਬਟ ਫਾਰਮਰ ਨਹੀਂ ਜਾ ਸਕਿਆ ਕਿਸੇ ਕਾਰਨ ਹੱਦ ਤੱਕ, ਤਾਂ ਉਹ ਕ੍ਰੌਪ ਸੁੱਕ ਗਈ ਤੁਹਾਡੀ, ਕਿਉਂਕਿ ਉੱਥੇ ਆਟੋਮੈਟਿਕ ਤਾਂ ਪਾਣੀ ਨਹੀਂ ਲੱਗ ਸਕਦਾ ਸੀ, ਇੱਦਾਂ ਦਾ ਕੋਈ ਸਿਸਟਮ ਹੀ ਨਹੀਂ ਸੀਗਾ ਅੱਜ ਤੋਂ 20-30 ਸਾਲ ਪਹਿਲਾਂ। ਕ੍ਰੌਪ ਸੁੱਕ ਗਈ, ਉਹਦਾ ਲੋਸ ਹੋ ਗਿਆ। IoT ਕੀ ਕਰ ਸਕਦੀ ਹੈ ਕਿ ਤੁਸੀਂ ਉੱਥੇ ਇੱਦਾਂ ਦੇ ਸਪ੍ਰਿੰਕਲਰਸ ਫਿੱਟ ਕੀਤੇ ਨੇ ਜਿਹੜੀ ਆਟੋਮੈਟਿਕਲੀ ਕੀ ਕਰ ਰਹੀ ਹੈ, ਸੈਂਸ ਕਰ ਰਹੀ ਹੈ ਕਿ ਸੋਇਲ ਦਾ ਮੋਇਸਚਰ। ਜਦ ਉਹ ਸੈਂਸ ਕਰ ਰਹੀ ਹੈ ਤਾਂ ਉਹਨੇ ਪਾਣੀ ਛਿੜਕਤਾ। ਅਤੇ ਇਹ ਵੀ ਇਹ ਤਾਂ ਉਹਨੇ ਦੇਖੋ ਸੈਂਸ ਕਰਕੇ ਪਾਣੀ ਛਿੜਕਿਆ। ਹੁਣ ਕਮਿਊਨੀਕੇਸ਼ਨ ਕਿਹੜੀ ਥਿੰਗਸ ਵਿੱਚ ਹੋ ਜਾਂਦੀ ਹੈ, ਸਪੋਜ਼ ਪਾਣੀ ਛਿੜਕਣ ਤੋਂ ਬਾਅਦ ਉਹ ਸਪ੍ਰਿੰਕਲਰ ਨੇ ਇੱਕ ਮੈਸੇਜ ਵੀ ਸੈਂਡ ਕੀਤਾ ਫਾਰਮਰ ਨੂੰ, ਉਹਦੇ ਫੋਨ 'ਤੇ ਜਾਂ ਕਿਸੇ ਡਿਵਾਈਸ 'ਤੇ, TV 'ਤੇ ਮੈਸੇਜ ਵੀ ਸੈਂਡ ਹੁਆ ਥਰੂ ਵਾਇਰਲੈਸ ਇੰਟਰਨੈਟ ਮੀਡੀਅਮ ਕਿ I have sprinkled the water, don't worry, the fields are well, right? ਆ ਦੇਖੋ ATMs ਤੁਹਾਡੇ ਹੈਗੇ, everywhere it is being used, so this gives fridges ਵਿੱਚ ਹੋ ਸਕਦਾ, fridges ਵਿੱਚ ਇੱਦਾਂ ਹੋ ਸਕਦਾ ਕਿ there is a device which measures ਕਿ ਤੁਹਾਡਾ ਡੋਰ ਓਪਨ ਰਹਿ ਗਿਆ ਫ੍ਰਿਜ ਦਾ, ਕਿਉਂਕਿ ਜੇ ਡੋਰ ਓਪਨ ਰਹੂਗਾ ਤੁਹਾਡੀ ਹੀਟ ਥੋੜੀ ਘੱਟ ਜੂਗੀ ਫ੍ਰਿਜ ਦੀ, ਐਂਡ ਸਟਾਰਟ ਸੈਂਡਿੰਗ ਅ ਮੈਸੇਜ ਔਨ ਯੋਰ ਮੋਬਾਈਲ ਕਿ ਦੀ ਰੈਫਰੀਜਰੇਟਰ ਡੋਰ ਇਜ਼ ਓਪਨ, ਪਲੀਜ਼ ਕਮ ਐਂਡ ਕਲੋਜ਼ ਇਟ, ਰਾਈਟ। ਤਾਂ ਇੱਦਾਂ ਪਹਿਲਾਂ ਥੋੜ੍ਹਾ ਹੁੰਦਾ ਸੀ। ਦੈਟ ਮੀਨਸ ਫ੍ਰਿਜ ਐਂਡ ਯੋਰ ਮੋਬਾਈਲ ਫੋਨ ਆ ਕਮਿਊਨੀਕੇਟਿੰਗ। ਕਿੱਦਾਂ ਕਮਿਊਨੀਕੇਟ ਕਰ ਰਹੇ, ਇੱਕ ਤਾਂ ਉਹਨਾਂ ਨੂੰ ਵਾਇਰਲੈਸ ਮੀਡੀਅਮ ਚਾਹੀਦਾ ਹੋਊਗਾ ਕਮਿਊਨੀਕੇਟ, ਇੱਦਾਂ ਥੋੜ੍ਹਾ ਕਿ ਫ੍ਰਿਜ 'ਤੇ ਤੁਹਾਡਾ ਮੋਬਾਈਲ ਇੱਕ ਤਾਰ ਨਾਲ ਤੁਸੀਂ ਬੰਨ ਸਕਦੇ ਹੋ, ਵਾਇਰਲੈਸ ਮੀਡੀਅਮ ਦੇ ਥਰੂ ਕਨੈਕਟਡ ਹੋਣਗੇ। ਦੂਜਾ ਡਾਟਾ ਟ੍ਰਾਂਸਫਰ ਹੋ ਰਿਹਾ। ਥਰਡ ਉਹ ਸੈਂਸ ਕਰ ਰਿਹਾ ਕਿ ਟੈਂਪਰੇਚਰ ਘਟਿਆ ਹੈ, ਸੋ ਯੂ ਨੀਡ ਸੈਂਸਰਸ, ਰਾਈਟ। ਐਂਡ ਫੋਰਥ ਵਾਈ ਇਟ ਇਜ਼ ਕਾਲਡ ਐਜ਼ ਇੰਟਰਨੈਟ ਆਫ ਥਿੰਗਸ ਕਿ ਦੋ ਥਿੰਗਸ ਆਪਸ ਵਿੱਚ ਕਮਿਊਨੀਕੇਟ ਕਰਦੀਆਂ ਪਈਆਂ। ਸੋ that is IoT. Now let's come to the formal definitions of Internet of Things. ਆਪਾਂ formal definition ਤਾਂ Wikipedia ਕੀ ਕਹਿੰਦਾ ਕਿ Internet of Things, also called Internet of Objects ਕਿਉਂਕਿ physical objects ਹੁੰਦੇ ਨੇ, refers to a wireless network between objects. Usually the network will be wireless and self-configuring, ਮਤਲਬ ਉਹ ਆਪਣੇ ਆਪ ਨੂੰ ਆਪ configure ਕਰ ਸਕਦਾ ਹੈ। What does WSIS says? It says by embedding short-range mobile transceivers into a wide array of additional gadgets and everyday items, enabling new forms of communication. Yes, IoT ਕੀ ਹੈ, ਜਿਵੇਂ ਮੈਂ ਕਿਹਾ communication power, intelligence ਦੇਣੀ physical objects ਨੂੰ ਹਾਰਡਵੇਅਰ ਤੇ ਸੌਫਟਵੇਅਰ ਦੇ ਥਰੂ, ਤਾਂ ਕਿ ਉਹ ਥਿੰਗਸ ਜਾਂ ਤਾਂ ਆਪ ਕੁਛ ਐਕਸ਼ਨ ਲੈ ਸਕਣ ਜਾਂ ਇੱਕ ਦੂਜੇ ਦੇ ਨਾਲ ਕਮਿਊਨੀਕੇਟ ਕਰਕੇ ਡਿਪੈਂਡਿੰਗ ਅਪੋਨ ਆਪਾਂ ਕਿਹੜੇ ਸਿਨੈਰੀਓ ਦੇ ਵਿੱਚ IoT ਨੂੰ ਵਰਤ ਰਹੇ ਉਹ ਕੁਛ ਕਰ ਸਕੇ। ਨੈਕਸਟ ਕਮ IoT 2008 ਵਿੱਚ ਕੀ ਕਹਿੰਦੇ ਸੀ ਕਿ ਇਟ ਹੈਜ਼ ਕਮ ਟੂ ਡਿਸਕ੍ਰਾਈਬ ਅ ਨੰਬਰ ਆਫ ਟੈਕਨੋਲੋਜੀਜ਼ ਐਂਡ ਰਿਸਰਚ ਡਿਸਿਪਲਿਨਸ, ਮਤਲਬ ਕਿਹੜੀਆਂ ਸਾਨੂੰ ਟੈਕਨੋਲੋਜੀਜ਼ ਚਾਹੀਦੀਆਂ IoT ਲਈ ਅਤੇ ਕਿੰਨੀ ਰਿਸਰਚ ਹੋ ਰਹੀ ਹੈ ਤਾਂ ਕਿ ਉਹ ਰੀਅਲ ਵਰਲਡ ਦੇ ਫਿਜ਼ੀਕਲ ਆਬਜੈਕਟਸ, ਹੁਣ ਆਪਾਂ ਕਾਰ, ਬੱਸਸ, ਚੇਅਰਸ, ਫ੍ਰਿਜਸ ਸਭ ਨੂੰ ਕੁਛ ਪਾਵਰ, ਇੰਟੈਲੀਜੈਂਸ ਦੇ ਰਹੇ ਜੋ ਅੱਜ ਤੋਂ 10-20 ਸਾਲ ਤੱਕ ਨਹੀਂ ਪੋਸੀਬਲ ਸੀ ਪਹਿਲਾਂ। 20 ਦੇ ਵਿੱਚ ਦੇਖੋ ਉਹਨਾਂ ਨੇ ਕੀ ਡੈਫੀਨੇਸ਼ਨ ਦਿੱਤੀ, ਉਹ ਕਹਿੰਦੇ ਥਿੰਗਸ ਹੈਵ ਆਈਡੈਂਟੀਟੀਜ਼ ਐਂਡ ਵਰਚੁਅਲ ਪਰਸਨੈਲਿਟੀਜ਼। ਦੈਟ ਮੀਨਸ ਹੁਣ ਆਪਾਂ ਚੇਅਰ ਸਿਰਫ ਚੇਅਰ ਨਹੀਂ ਰਹੀ, ਫ੍ਰਿਜ ਸਿਰਫ ਫ੍ਰਿਜ ਨਹੀਂ ਰਹੀ, ਉਹਦੀ ਇੱਕ ਪਰਸਨੈਲਿਟੀ ਹੋ ਗਈ। ਸਿਰਫ ਕੂਲਿੰਗ ਤੋਂ ਇਲਾਵਾ ਉਹ ਹੋਰ ਵੀ ਬਹੁਤ ਕੁਛ ਕਰ ਸਕਦੀ ਹੈ। ਫੋਰ ਐਗਜ਼ਾਮਪਲ ਕਿ ਜੇ ਉਹ ਫ੍ਰਿਜ ਦਾ ਡੋਰ ਓਪਨ ਰਹਿ ਗਿਆ ਤਾਂ ਇਟ ਕੈਨ ਇਨਫੋਰਮ ਯੂ, ਜੇ ਫ੍ਰਿਜ ਵਿੱਚ ਦੇਰ ਆਰ ਸਰਟਨ eggs ਦੀ quantity ਇੰਨੀ ਹੋਣੀ ਚਾਹੀਦੀ, maybe it's taking an image sensor, taking an image, if the eggs are less it can send a message that the
ਐਗਸ ਆਰ ਲੈਸ, ਐਗਸ ਘੱਟ ਹੈਗੇ ਨੇ ਤਾਂ ਉਹਨਾਂ ਦੀ ਇੱਕ ਪਰਸਨੈਲਿਟੀ ਡਿਵੈਲਪ ਹੋ ਰਹੀ, ਦੇ ਆਰ ਗੈਟਿੰਗ ਮੋਰ ਪ੍ਰੋਪਰਟੀਜ਼ ਦੈਨ ਦੀ ਬੇਸਿਕ ਥਿੰਗਸ ਜਿਹੜੇ ਉਹ ਕਰਦੇ ਸੀਗੇ। This is a very good slide. It says IoT, the time, place, thing connection. IoT देखो 3 डायमेंशन ਦੇ ਵਿੱਚ ਦਿਖਾਈ ਗਈ ਹੈ, टाइम डायमेंशन, place डायमेंशन, thing डायमेंशन। thing ਵਿੱਚ ਕੀ ਹੈ, थिंग टू थिंग कम्युनिकेशन हो सकती है। थिंग टू थिंग कम्युनिकेशन की एग्जाम्पल एज आई टोल्ड यू, तुसी उठे, तुसी एक वॉच लाई सी जिन्हें तुहाडा पल्स मैजर की, उन्हें देखा कि पल्स हुण वध गई है, दैट मीनस पर्सन स्लीप तो उठ गया, उन्हें कॉफी मेकर नूं मैसेज भेजा है कि होगी वॉच टू कॉफी मेकर कम्युनिकेशन, थिंग टू थिंग कम्युनिकेशन। ह्यूमन टू थिंग कम्युनिकेशन, ह्यूमन टू थिंक, ह्यूमनस किवें किसी ਉਹਦੇ ਨਾਲ कर सकते हैं कम्यूनीकेट। फॉर एग्जाम्पल तुसी कोई मैसेज भेजा अपने, फॉर एग्जाम्पल एक थोड़े घर कैमरा लग्या हुआ है, तुसी उस कैमरा नू ऑन करना चाहते हो तो यू सेंट अ मैसेज कि दी कैमरा शुड टर्न ऑन, तो की होगी ह्यूमन टू थिंग कम्यूनीकेशन। होर भी बहुत ह्यूमन टू थिंग्स कम्यूनीकेशन हो, जिथे भी तुसी थिंग नू कुछ करा रहे हो, तुसी अपनी जिवें गड्डी दा दरवाज़ा खोल रहे हो, ऑटोमैटिकली मैनी मोर थिंग्स एंड ह्यूमन टू कम्यूनीकेशन जिवें आपां यूजिंग अ पीसी और नॉट यूजिंग अ पीसी। जिवें यूजिंग अ पीसी तो आपां देखिया ही जो ऑर्डनरी अपना इंटरनेट सीगा, अदरवाइज ह्यूमन टू ह्यूमनस किवें कम्यूनीकेट कर सकदा थ्रू स्मार्ट वॉचेस एंड मैनी मोर। प्लेस कहंदे कि हुण IoT तुहानूं कैपेबिलिटी दिंदी है कि तुसी किसी भी प्लेस ते, भावें तुसी आउटडोर्स हो, तुसी इनडोर्स हो, पीसी ते नहीं भी बैठे, पीसी ते बैठे हो, किते जा रहे हो गड्डी दे विच, फिर भी तुसी रिमोटली किसी भी चीज़ नूं कंट्रोल कर सकते हो। किद्दां, जो उस थिंग दे विच इदां दा सॉफ्टवेयर ते हार्डवेयर है कि वो तुहाडा डाटा मैसेज रिसीव कर सकती है, उहदे विच इदां दे सेंसर्स है कि वो कुछ सेंस कर सकती है, तुहाडे कोल वायरलैस कनैक्शन है। एनी टाइम, रात दिन कदों मर्जी तुसी IoT दा यूसेज कर सकते हो। हिस्ट्री ऑफ IoT, सो दिस टेल्स कि अपनी IoT किद्दां इंट्रोड्यूस हुई, कित्थों आइडिया आया। सो इट्स वॉज इन द ईयर 1999, देयर वाज अ पर्सन जो अपने ऑटो ID सेंटर मैसाचुसेट्स इंस्टीट्यूट ऑफ टेक्नोलॉजी, उत्थे RFID सिस्टम होंदे सी ना। व्हाट आर RFIDs? दे आर रेडियो फ्रीकुएंसी आइडेंटिफिकेशन डिवाइसिस। वो टायर्स या बुक्स ते जिवें तुसीं लाए होंदे ने, तो रेडियो फ्रीकुएंसी के थ्रू एक रीडर होंदा, वो रीडर ऑब्जेक्ट्स नूं आइडेंटिफाई ते एक्सैस वो टैग्स दे नाल कर सकदा। मतलब तुहानूं जाके नहीं देखण दी लोड़ कि आ बुक पई है कि नहीं, आ टायर पई है कि नहीं, तुसीं हर टायर, हर बुक, मतलब ऑब्जेक्ट नूं कीता एक RFID टैग देता, रेडियो फ्रीकुएंसी टैग देता, जो रेडियो फ्रीकुएंसी नाल कम्यूनीकेट कर सकदा। एक तुहाडे कोल रीडर होऊगा ਜਿਹੜਾ ਉਹ रेडियो फ्रीकुएंसी ਨੂੰ डिटेक्ट करूगा, जे डिटेक्ट करे दैट मीनस ਉਹ ऑब्जेक्ट ਉੱਥੇ ਪਿਆ। ਉੱਥੋਂ ਹੀ ਆਈਡੀਆ ਆਇਆ ਕਿ ਜਿਵੇਂ ਜੇ ਆਪਾਂ ऑब्जेक्ट्स ਨੂੰ रेडियो फ्रीकुएंसी ਦੇ टैग्स ਲਾਏ ਨੇ ਤੇ ਉਹ रेडियो फ्रीकुएंसी थ्रू रीडर ਨਾਲ कम्यूनीकेट कर सकते हैं, ਤਾਂ ਕਿ ਆਪਾਂ ਬਾਕੀ ਜਿਹੜੇ ऑब्जेक्ट्स है, तो चलो RFID ਹੋ ਗਈ, ਬਾਕੀ ਜਿਹੜੇ ऑब्जेक्ट्स है ਇੱਦਾਂ ਦਾ ਕੁਛ ਨਹੀਂ ਕਰ ਸਕਦੇ ਕਿ ऑब्जेक्ट्स ਦੇ ਵਿੱਚ ਇੱਦਾਂ ਦੀ ਟੈਕਨੋਲੋਜੀ ਇੰਬੈਡ ਕਰੀਏ, ਕੁਛ ਇੱਦਾਂ ਦੇ ਐਲਗੋਰਿਦਮਸ ਬਣਾਈਏ, ਸੈਂਸਰਸ ਬਣਾਈਏ, ਇੱਦਾਂ ਦਾ ਡੇਟਾ ਨੈਟਵਰਕ ਬਣਾਈਏ ਕਿ ਆਪਾਂ ऑब्जेक्ट्स ਨੂੰ ਆਪਸ ਵਿੱਚ ਕਮਿਊਨੀਕੇਟ ਕਰਵਾ ਪਾਈਏ ਜਾਂ ਹਿਊਮਨਸ ਨਾਲ, ਤਾਂ ਕਿ ਇੱਕ ਇੰਟਰਨੈਟ ਆਫ ਥਿੰਗਸ ਬਣ ਜਾਏ। दैट वाज फ्रॉम वेयर दिस आइडिया वाज कंसीव्ड कि ਅਸੀਂ IoT ਤੇ ਟੈਕਨੋਲੋਜੀ ਨੂੰ ਕਿਵੇਂ ਐਡਵਾਂਸ ਕਰ ਸਕਦੇ ਹਾਂ, ਹਾਊ ਵੀ ਕੈਨ ਸ਼ਿਫਟ ਫਰੋਮ ਮੈਨੂਅਲ ਵਰਕ ਟੂ ਟੈਕਨੋਲੋਜੀ ਡਰਿਵਨ ਵਰਕ। दैट वाज द बेसिक आइडिया कि RFIDs ਨੂੰ ਜਦ ਯੂਜ਼ ਕੀਤਾ ਜਾਂਦਾ ਸੀਗਾ। सो इट्स टैल्स कि सब तो पहला तो अपना ऑटो ID सेंटर में ये आइडिया कंसीव होया, मतलब डिवेलप होया। फिर इलैक्ट्रॉनिक प्रोडक्ट कोड्स दिते गए, मतलब उन्होंने प्रोडक्ट्स लिए इलैक्ट्रॉनिक कोड्स बनाने शुरू किए। नैक्सट 2005 ਦੇ ਵਿੱਚ 4 ਮੇਜਰ ਟੈਕਨੋਲੋਜੀਜ਼ ਪ੍ਰਪੋਜ਼ ਕੀਤੀਆਂ ਗਈਆਂ IoT ਲਈ ਕਿ IoT ਨੂੰ ਜੇ ਆਪਾਂ ਕਰਨਾ ਹੈ ਤਾਂ ਸਾਨੂੰ ਕੀ ਚਾਹੀਦਾ ਹੋ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਉਹਨਾਂ ਨੂੰ RFID ਚਾਹੀਦੇ ਹੋ, ਸੈਂਸਰਸ ਚਾਹੀਦੇ ਹੋਣਗੇ ਜਿਹੜੇ ਆਪਾਂ ਹੁਣੇ ਡਿਸਕਸ ਵੀ ਕੀਤੇ ਨੇ। ਸੈਂਸਰਸ ਕੀ ਹੁੰਦੇ ਨੇ, ਜੋ ਕਿਸੇ ਚੀਜ਼ ਨੂੰ ਸੈਂਸ ਕਰਦੇ ਨੇ, ਇਨਪੁਟ ਰਿਸੀਵ ਕਰਦੇ, ਫੋਰ ਐਗਜ਼ਾਮਪਲ ਟੈਂਪਰੇਚਰ ਸੈਂਸਰਸ, ਪ੍ਰੈਸ਼ਰ ਸੈਂਸਰਸ। ਸਾਨੂੰ ਨੈਨੋ ਟੈਕਨੋਲੋਜੀ ਚਾਹੀਦੀ ਹੋ, ਉਹਨਾਂ ਨੇ ਕਿਹਾ ਨੈਨੋ ਟੈਕਨੋਲੋਜੀ ਕਿਸੇ ਚੀਜ਼ ਨੂੰ ਸ਼ਰਿੰਕ ਕਰਨਾ। ਤੁਸੀਂ ਦੇਖਿਆ ਪਹਿਲਾਂ ਮੋਬਾਈਲ ਫੋਨਸ ਬਹੁਤ ਮੋਟੇ ਵੱਡੇ ਆਉਂਦੇ, ਮੋਬਾਈਲ ਫੋਨ ਦੇ ਸਾਈਜ਼ਸ ਵੀ ਛੋਟੇ ਹੁੰਦੇ ਜਾ ਰਹੇ ਨੇ, ਮੈਨੀ ਮੋਰ ਥਿੰਗਸ ਜਿਹੜੀਆਂ ਸ਼ਰਿੰਕ ਕਰੀ ਜਾ ਰਹੀਆਂ। ਪਹਿਲਾਂ ਤੁਹਾਡੇ TV ਇੰਨੇ ਮੋਟੇ ਵੱਡੇ ਆਉਂਦੇ ਸੀ, ਤੁਹਾਡੇ ਕੰਪਿਊਟਰਸ
बिग कंप्यूटर्स राइट हुण साडे कोल अपना CRT कंप्यूटर हुण साडे कोल छोटे छोटे LCDs LEDs आ गए LCDs आ गए ने that's nano shrinking just giving an example though that's not of nanotechnology smart technology anything which has the intelligence to do something ਆਪਾਂ objects ਦੇ ਵਿੱਚ ਉਹ ਸਭ smart ਫਿਰ 2008 ਦੇ ਵਿੱਚ ਕਹਿੰਦੇ ਕਿ ਇੰਟਰਨੈਸ਼ਨਲ ਕਾਨਫਰੰਸ ਹੋਈ ਤਾਂ things are progressing towards a positive side ਕਿ IoT develop ਹੋ ਰਿਹਾ ਹੁਣ ਯੈਸ ਦਿਸ ਇਜ਼ ਵੈਰੀ ਇੰਪੋਰਟੈਂਟ ਜਿਹਦੇ ਨਾਲ ਸਾਡੀ ਇੱਕ ਤਰ੍ਹਾਂ ਰਿਵੀਜ਼ਨ ਵੀ ਹੋ ਜੂਗੀ ਲੈਕਚਰ ਨੰਬਰ 1 ਦੀ ਕਿ IoT ਦੇ ਕੰਪੋਨੈਂਟਸ ਕੀ ਨੇ ਸੋ ਬਿਫੋਰ ਵੀ ਕਮ ਟੂ ਦਿਸ ਕੰਪੋਨੈਂਟਸ ਲੈਟਸ ਰਿਵਾਈਜ਼ ਵਾਟ ਇਜ਼ IoT ਨੂੰ ਸਮਝਣ ਲਈ ਡਿਫਾਈਨ ਕਰਨ ਲਈ ਵੀ ਨੀਡ ਫਿਊ ਥਿੰਗਸ ਵਾਟ ਇਜ਼ IoT ਫਨ ਇਟ ਸਟੈਂਡਸ ਫॉर ਇੰਟਰਨੈਟ ਆਫ ਥਿੰਗਸ second it is the internet of things interconnection of things that things can communicate जब आप कहते things can communicate next question should come how they can communicate and why they should communicate how they can communicate I answered they need certain electronic things they need sensors they need actuators they need algorithms to कि जब उन्होंने डेटा आया डेटा के बेस पे वो कुछ करें they need wireless connectivity so that they can transfer or receive data right they need data processing algorithms all these things are needed है so that they can communicate they need such embedded softwares embedded hardwares in them right and why they can communicate internet of things का फायदा क्या है we have seen many examples ਤੁਸੀਂ बैठे दूर ही किते तड़ी ease of use होगी humans ਦੀ you don't need to go to that place some things can happen for you ਸੈਕਿੰਡ ਇੰਡਸਟਰੀਜ਼ ਦੇ ਵਿੱਚ ਮੈਨੂਅਲ ਲੇਬਰ ਦੀ ਜਗ੍ਹਾ ਜੇ ਚੀਜ਼ਾਂ ਆਪ ਹੀ ਇੰਟੈਲੀਜੈਂਟਲੀ ਕੁਛ ਕਰ ਸਕਦੇ ਦੈਟ ਮੀਨ ਸਾਡੀ ਮੈਨੂਅਲ ਲੇਬਰ ਦੀ ਸਾਡੀ ਲੋਡ ਘੱਟ ਗਈ ਸਾਡੀ ਐਫੀਸ਼ੀਐਂਸੀ ਇੰਕਰੀਜ਼ ਕਰ ਗਈ ਜਿੱਥੇ ਕੰਪਿਊਟਰ ਆ ਉੱਥੇ ਐਫੀਸ਼ੀਐਂਸੀ ਪ੍ਰੋਡਕਟਿਵਿਟੀ ਇੰਕਰੀਜ਼ ਇਕਨੋਮਿਕ ਵੈਲਫੇਅਰ ਹੋਇਆ ਦੈਟ ਇਜ਼ ਵਾਈ ਦੇ ਆਰ ਨੀਡ ਸੋ ਦੇ ਵਾਟ ਆਰ ਦੀ 3 ਥਿੰਗਸ ਸੈਂਸਰਸ ਦੇ ਕੈਨ ਬੀ ਆਫ ਮੈਨੀ ਟਾਈਪ ਕਨੈਕਟਿਵਿਟੀ ਤਾਂ ਕਿ ਆਪਸ ਵਿੱਚ ਡਾਟਾ ਥਿੰਗਸ ਟ੍ਰਾਂਸਫਰ ਕਰ ਸਕਣ ਪੀਪਲ ਹੂ ਵੁੱਡ ਬੀ ਯੂਜ਼ਿੰਗ ਇਟ ਪ੍ਰੋਸੈਸਿਸ for data processing ਤੁਸੀਂ ਆਪਣਾ data process ਕਰਨਾ ਹੋ ਸਕਦਾ ਹੈ right you could be processing your data ਤੇ ਬਹੁਤ ਸਾਰਾ ਡਾਟਾ ਆ ਰਿਹਾ ਉਹਦੇ ਬੇਸ ਤੇ ਕੁਝ ਐਕਸ਼ਨ ਲੈਣਾ you need data processing you need processes software ਤਾਂ ਕਿ ਉਹ ਜੋ ਉਹਦੇ ਕੋਲ ਆਇਆ ਉਹ ਸਮਝਣ ਉਹ ਕੀ ਹੈ ਇਹਦੀ better diagram ਦੇਖੋ we need sensors we need connectivity we need user interface ਜਿਸ ਤੋਂ user communicate ਕਰ ਸਕਦੇ and data processing how IoT works using those 4 components in next lecture we'll discuss this in detail and yes आज ਜਿਹੜੀਆਂ मैं कह रही सी 4 technologies introduce ਹੋਈਆਂ ਸੀ RFIDs radio frequency to identify and track radio frequency based tags ਆਪਾਂ objects ਤੇ ਲਾ ਦਿੰਨੇ ਹਾਂ ਤੇ ਆਪਾਂ ਦੇਖਦੇ ਹਾਂ ਕਿ ਇਹ object ਉੱਥੇ ਹੈ ਕਿ ਨਹੀਂ ਠੀਕ ਹੈ sensor ਉਹ ਕੁਝ sense ਕਰਕੇ heat temperature alcohol pressure soil moisture वो कुछ sense करता है ठीक है it to collect and process the data to detect changes in the physical status of the things smart technologies ਆਪਾਂ ਇੰਟੈਲੀਜੈਂਸ ਦੇ ਰਹੇ ਹਾਂ ਆਬਜੈਕਟ ਸਿਰਫ ਆਬਜੈਕਟ ਨਹੀਂ ਰਿਹਾ ਉਹਦੇ ਵਿੱਚ ਇੰਟੈਲੀਜੈਂਸ ਆ ਗਈ ਨੈਨੋ ਟੈਕਨੋਲੋਜੀ ਟੂ ਮੇਕ ਦੀ ਥਿੰਗਸ ਸਮਾਲਰ ਐਂਡ ਸਮਾਲਰ thank you that was all about the introduction which let's summarize before we end this lecture कि what is internet of things पहले साडे कोल इंटरनेट सी ਉਹ ਕੀ ਸੀਗਾ interconnection of network devices only for communication by the people communication browsing emailing ਹੁਣ internet of things ਕੀ ਹੈ ਉਹਦੇ ਵਿੱਚ ਸਿਰਫ ਕਨੈਕਸ਼ਨ ਨੈਟਵਰਕ ਡਿਵਾਈਸਿਸ ਵਿੱਚ ਡੇਟਾ ਕਮਿਊਨ ਬਟ ਥਿੰਗਸ ਨੂੰ ਵੀ ਅਸੀਂ ਕੀ ਕਰਦੇ ਇੰਟੈਲੀਜੈਂਸ ਦੇਤੀ ਹੈ that thing could be a fridge a TV any industrial machine any farming agricultural machine ਸਭ ਨੂੰ ਅਸੀਂ ਕੀ ਕਰ ਸਕਦੇ ਹਾਂ ਕੁਝ ਪਾਵਰ ਦੇ ਸਕਦੇ ਹਾਂ ਪਾਵਰ ਕਿੱਦਾਂ ਦੇ ਸਕਦੇ ਹਾਂ by using ਹਾਰਡਵੇਅਰ ਤੇ ਸੌਫਟਵੇਅਰ ਉਹਦੇ ਵਿੱਚ ਉੱਦਾਂ ਦੇ ਹਾਰਡਵੇਅਰ ਸੌਫਟਵੇਅਰ ਸੈਂਸਰਸ ਹੋਣੇ ਚਾਹੀਦੇ ਨੇ ਤਾਂ ਕਿ ਉਹ ਥਿੰਗਸ ਆਪਸ ਵਿੱਚ ਕਮਿਊਨੀਕੇਟ ਕਰ ਸਕਣ ਤੇ ਕੁਝ ਐਕਸ਼ਨ ਪਰਫਾਰਮ ਕਰ ਸਕਣ ਕਾਦੇ ਲਈ ਹਿਊਮਨਸ ਦੇ ਕੰਮ ਆਉਣ वास्ते ताकि अपनी लाइफ टेक्नोलॉजी के थ्रू और ईजी हो सके राइट सो दैट वाज ऑल अबाउट IoT we'll discuss it in more detail in the coming lectures thank you students